ਸਫਾਈ ਦੇ ਨਾਂ ਤੇ ਮਤਲਬ ਵੀ ਠੱਗੀ ਵੱਜ ਰਹੀ ਸੀ ਪਿੰਡ ਨਾਲ ਇੱਕ ਤਰ੍ਹਾਂ ਦੀ। ਆਰਟੀਆਈ ਦੇ ਵਿੱਚ ਇਹ ਚੀਜ਼ ਨਿਕਲ ਕੇ ਆਈ ਹੈ ਵੀ 35 ਲੱਖ ਰੁਪਇਆ ਮਹਿਕਮੇ ਵੱਲੋਂ ਜਾਰੀ ਹੋਇਆ ਛੱਪੜ ਦੇ ਲਈ। ਇਸ ਨੂੰ ਪੱਟਣ ਦੇ ਲਈ ਪੌਪਲਾਈਨ ਯੂਜ਼ ਕੀਤੀ ਗਈ ਕਿ ਜਦੋਂ ਕਿ ਮਸ਼ੀਨ ਇੱਕੋ ਹੀ ਚੱਲੀ, ਪਰ ਇਹਨਾਂ ਨੇ ਉੱਥੇ 2 ਮਸ਼ੀਨਾਂ ਦਿਖਾਈਆਂ ਹੋਈਆਂ। ਬਹੁਤ ਵੱਡੇ ਘਪਲੇ ਜਿਹੜੇ ਇਸ ਛੱਪੜ ਦੇ ਵਿੱਚ ਹੀ ਹੋਏ ਹੋਏ ਆ, ਕਿਉਂਕਿ ਜਦੋਂ ਦੇ ਸਰਪੰਚ ਸਾਹਿਬ ਸਾਡੇ ਬਣੇ ਹੋਏ ਆ ਉਦੋਂ ਦਾ ਹੀ ਉਹ ਛੱਪੜਾਂ 'ਚ ਬੜੇ ਹੋਏ ਆ। 70-75 ਸਾਲਾਂ ਤੋਂ ਨਾ ਆਪਾਂ ਐਂ ਕਹਿ ਕੇ ਸਾਰੀਆਂ ਨੇ ਵੀ ਆਪਾਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਕੀ ਲੈਣਾ, ਤੇ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ ਇਹ ਕਹਿਣਾ ਪਊਗਾ ਵੀ ਆਪਾਂ ਹੀ ਲੈਣਾ ਹੈ। ਬਰੇਤੀ ਮੈਂ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ ਪਿੰਡ ਦੇ ਲੋਕਾਂ ਤੋਂ ਬਰੇਤੀ ਵੀ ਕੱਢ ਲਈ ਛੱਪੜ ਦੇ ਵਿੱਚੋਂ। ਫਿਰ ਜਿਹੜੇ ਗਲੀਆਂ 'ਚ ਬਰੇਤੀ ਵਰਤੀ ਗਈ ਉਹ ਵੀ ਲੋਕਾਂ ਦੀਆਂ ਮੋਟਰਾਂ 'ਚ ਬੋਰ ਨਹੀਂ ਲਾਉਂਦੇ ਹੁੰਦੇ ਆਪਾਂ, ਉਹ ਥੱਲੇੋਂ ਬਰੇਤੀ ਨਿਕਲਦੀ ਹੈ, ਉਹ ਲਿਆ ਵਰਤੀ ਗਿਆ। ਉਹ ਬੰਦੇ ਕਹਿੰਦੇ ਸੀ ਦੱਸਣ ਨੂੰ ਤਿਆਰ, ਵੇ ਚੱਕ ਕੇ ਲਿਆਏ ਮੋਟਰ ਤੋਂ। ਫਿਰ ਸ਼ਮਸ਼ਾਨ ਘਾਟ ਦੀ ਗੱਲ ਕਰ ਲਈਏ ਜੀ। ਸ਼ਮਸ਼ਾਨ ਘਾਟ ਦੇ ਵਿੱਚ ਕੀ ਹੋਇਆ ਜੀ, 20 ਸਾਲ ਪੁਰਾਣੇ ਦਰਖਤ ਲੱਗੇ ਹੋਏ ਸੀ ਸ਼ਮਸ਼ਾਨ ਘਾਟ ਦੇ ਵਿੱਚ। ਹਾਂਜੀ, ਚੁੱਪ ਕਰਕੇ ਉਹ ਦਰਖਤ ਸਾਰੇ ਪੱਟ ਕੇ ਵੇਚਤੇ। ਨਾ ਸਾਡੇ ਕੋਲ ਸਫਾਈ ਸੇਵਕ ਹੈ ਪਿੰਡ ਦੇ ਵਿੱਚ, ਨਾ ਸਾਡੇ ਕੋਲ ਪੰਚਾਇਤ ਘਰ ਆ ਪਿੰਡ ਦੇ ਵਿੱਚ, ਨਾ ਸਾਡੇ ਕੋਲ ਬਾਰਡਰ ਬਾਕਸ ਚੱਲਦਾ ਸਾਡਾ, ਨਾ ਸਾਡੀਆਂ ਗਲੀਆਂ ਨਾਲੀਆਂ ਹਜੇ ਤੱਕ ਸਹੀ ਹੋਈਆਂ। ਅਸੀਂ ਇਸ ਕਰਕੇ ਬਣਾਇਆ ਸੀ ਵੀ ਯਾਰ ਮੁੰਡਾ ਖੁੰਡਾ ਹੈਗਾ, ਠੀਕ ਹੈ, ਤੇ ਇਹ ਕੁਛ ਕਰੂਗਾ ਪਿੰਡ ਲਈ, ਚੰਗਾ ਕਰੂਗਾ, ਬਟ ਪਿੰਡ ਦਾ ਇਹਨੇ ਜਲੂਸ ਹੀ ਕੱਢਤਾ। ਪਹਿਲੀ ਵਾਰ ਹੋਇਆ ਕਿ ਸਰਪੰਚ ਸਾਹਿਬ ਨਹੀਂ ਕਹਿੰਦੇ, ਲੋਕ ਭੋਲਾ ਕਹਿੰਦੇ। ਭਾਈ ਕੀ ਮਾਮਲਾ ਆ ਪੂਰਾ ਜਿਹੜਾ ਤੁਹਾਡੇ ਪਿੰਡ ਦੇ, ਜਿਵੇਂ ਛੱਪੜ ਦੀ ਗੱਲ ਕਰੀਏ, ਇਸ ਤੇ ਸਾਨੂੰ ਪਤਾ ਲੱਗਿਆ ਕਿ ਇਸ ਦੇ ਉੱਪਰ 35 ਲੱਖ ਰੁਪਇਆ ਕੱਲੀ ਇਹਦੀ ਸਾਫ਼ ਸਫਾਈ ਦੇ ਉੱਪਰ ਲੱਗਿਆ। ਕੀ ਮਾਮਲਾ ਪੂਰਾ? ਜਸਪੀਰੇ ਪਤਾ ਕੀ ਗੱਲ ਆ, ਇਹ ਮੈਂ ਜਦੋਂ ਆਰਟੀਆਈ ਪਾਈ ਸੀਗੀ ਉਦੋਂ ਕੀ ਹੋਇਆ ਸੀਗਾ, 6 ਮਹੀਨੇ ਪਹਿਲਾਂ ਲਗਭਗ 1/5 ਤੋਂ 2019 ਤੋਂ, ਉਸ ਤੋਂ 20-6 ਮਹੀਨੇ ਪਹਿਲਾਂ ਇਹ ਛੱਪੜ ਦੀ 4 ਦੀਵਾਰੀ ਹੋ ਰਹੀ, ਸਫਾਈ ਹੋ ਰਹੀ ਸੀਗੀ। ਅੱਛਾ, ਸਫਾਈ ਦੇ ਨਾਂ ਤੇ ਮਤਲਬ ਵੀ ਠੱਗੀ ਵੱਜ ਰਹੀ ਸੀ ਪਿੰਡ ਨਾਲ ਇੱਕ ਤਰ੍ਹਾਂ ਦੀ। ਉਸ ਤੋਂ ਬਾਅਦ ਇਹਨਾਂ ਕੰਧਾਂ ਕੱਢੀਆਂ ਗਈਆਂ ਤੇ ਕੰਧਾਂ 6 ਮਹੀਨਿਆਂ ਬਾਅਦ ਡਿੱਗ ਪਈਆਂ। ਜਿਹੜੀਆਂ ਕੰਧਾਂ ਕੱਢੀਆਂ ਸੀ 6 ਮਹੀਨੇ ਬਾਅਦ ਉਹ ਕੰਧ ਡਿੱਗ ਪਈ ਸੀ। ਤੇ ਆ ਉਸ ਤੋਂ ਬਾਅਦ ਇਸ ਦੇ ਨਾਲ ਤੁਸੀਂ ਦੇਖ ਲਿਓ ਆ ਸਾਰੀ ਇਹਦੇ ਨਾਲ ਮਿੱਟੀ ਲਾ ਕੇ ਇਹਨਾਂ ਕੰਧਾਂ ਨੂੰ ਰੋਕਿਆ ਗਿਆ ਡਿੱਗਣ ਤੋਂ। ਤਾਂ ਉਦੋਂ ਮੈਂ ਇੱਕ ਵੀਡੀਓ ਬਣਾ ਕੇ ਪਾਤੀ ਸੀਗੀ, ਜਿਹਦੇ ਕਰਕੇ ਇਹਦੇ ਵਿੱਚ ਮੈਂ ਦਿਖਾਇਆ ਸੀ ਵੀ ਕੰਧਾਂ ਡਿੱਗਣ ਵਾਲੀਆਂ, ਇਹਦੇ ਵਿੱਚ ਘਪਲਾ ਹੋਇਆ ਪਿਆ। ਤਾਂ ਉਦੋਂ ਇਹਨਾਂ ਨੇ ਮੈਨੂੰ ਡਰਾਇਆ ਧਮਕਾਇਆ। ਫਿਰ ਮੈਂ ਆਰਟੀਆਈ ਪਾਈ। ਆਰਟੀਆਈ ਦੇ ਵਿੱਚ ਇਹ ਚੀਜ਼ ਨਿਕਲ ਕੇ ਆਈ ਹੈ ਵੀ 35 ਲੱਖ ਰੁਪਇਆ ਮਹਿਕਮੇ ਵੱਲੋਂ ਜਾਰੀ ਹੋਇਆ ਛੱਪੜ ਦੇ ਲਈ। ਛੱਪੜ ਦੇ ਲਈ ਪਿੰਡ 'ਚ ਇਹੀ ਛੱਪੜ ਦੇ ਲਈ, ਪੂਰੇ ਛੱਪੜਾਂ ਦੇ ਲਈ ਨਹੀਂ, ਇੱਕ ਛੱਪੜ ਹੋਰ ਵੀ ਹੈ, 2 ਛੱਪੜ ਹੈਗੇ ਆ। ਉਹ ਤਾਂ ਵੈਸੇ 2 ਛੋਟੇ ਵੀ ਹੈਗੇ ਆ, ਮਤਲਬ ਜਿਹੜੇ ਮੇਰੇ ਕੋਲ ਆਈ ਹੈਗੀ ਰਿਪੋਰਟ, ਉਹਦੇ ਵਿੱਚ 35 ਲੱਖ ਰੁਪਇਆ ਇਹਨਾਂ ਨੇ ਲਗਭਗ ਦਿਖਾਇਆ ਹੋਇਆ ਹੈਗਾ। ਹਾਂਜੀ, ਇਹਦੇ ਵਿੱਚ ਦਿਖਾਇਆ ਹੋਇਆ ਹੈ। ਇੱਕ ਛੱਪੜ ਲਈ ਹੈ ਕਿ ਦੋਨੇ ਛੱਪੜਾਂ ਲਈ ਕਿ ਸਾਰੇ ਛੱਪੜਾਂ ਲਈ? ਨਹੀਂ, ਸਾਰੇ ਛੱਪੜਾਂ ਦੀ ਸਫਾਈ ਵਾਸਤੇ ਆਏਗਾ 35 ਲੱਖ। ਠੀਕ ਹੈ ਜੀ। ਤਾਂ ਉਹ ਜਦੋਂ ਇਹ ਛੱਪੜ ਦੀ ਸਫਾਈ ਦਾ ਕਾਰੋਬਾਰ ਚੱਲਿਆ ਤਾਂ ਉਸ ਤੋਂ ਬਾਅਦ ਜਦੋਂ ਮੈਂ ਆਰਟੀਆਈ ਪਾਈ, ਆਰਟੀਆਈ ਦੇ ਵਿੱਚ ਮਤਲਬ ਮੈਂ ਛੱਪੜ ਦਾ ਹੀ ਪਾਇਆ, ਸ਼ਮਸ਼ਾਨ ਘਾਟ ਦਾ ਹੀ ਪਾਇਆ, ਗਲੀਆਂ ਦਾ ਹੀ ਪਾਇਆ। ਕੁਝ ਗਲੀਆਂ ਜਿਹੜੀਆਂ ਮੇਰੀ ਨਿਗਾਹ 'ਚ ਸੀਗੀਆਂ ਉਹਨਾਂ ਗਲੀਆਂ ਬਾਰੇ ਵੀ ਮੈਂ ਪਾਇਆ ਸੀਗਾ। ਤਾਂ ਉਹਦੇ ਵਿੱਚ ਜੋ ਨਿਕਲ ਕੇ ਆਇਆ, ਜਦੋਂ ਮੈਂ ਜਾਂਚ ਕੀਤੀ ਕਾਗਜ਼ੀ ਕਾਰਵਾਈ ਦੀ, ਤਾਂ ਉਹਦੇ ਵਿੱਚ ਬਹੁਤ ਕੁਝ ਇਹੋ ਜਿਹੀਆਂ ਗੱਲਾਂ ਆਈਆਂ ਜਿਹੜੀਆਂ ਕਿ ਸ਼ੌਕਿੰਗ ਸੀਗੀਆਂ। ਜਿਵੇਂ ਇਸ ਨੂੰ ਪੱਟਣ ਦੇ ਲਈ ਪੌਪਲਾਈਨ ਯੂਜ਼ ਕੀਤੀ ਗਈ। ਅੱਛਾ, ਪੱਟੀ ਜਦੋਂ ਮਿੱਟੀ ਗਾਰਾ ਕੱਢੇ ਦੇ ਵਿੱਚ ਪੌਪਲਾਈਨ ਯੂਜ਼ ਕੀਤੀ ਗਈ, ਜਦੋਂ ਕਿ ਮਸ਼ੀਨ ਇੱਕੋ ਹੀ ਚੱਲੀ, ਪਰ ਇਹਨਾਂ ਨੇ ਉੱਥੇ 2 ਮਸ਼ੀਨਾਂ ਦਿਖਾਈਆਂ ਹੋਈਆਂ। ਇੱਕ ਦੇ ਬਿੱਲ ਜਾਲੀ ਪਾਏ ਹੋਏ ਆ 95,000 ਰੁਪਏ ਇਹਨਾਂ ਨੇ ਉਸ ਬੰਦੇ ਦੇ ਨਾਂ ਤੇ ਬਿੱਲ ਕੱਟੇ ਹੋਏ ਆ, ਉਹਦੇ ਅਕਾਊਂਟ 'ਚ 55 ਲੱਖ ਪਾਇਆ। ਜਦੋਂ ਉਸ ਬੰਦੇ ਨਾਲ ਮੇਰੀ ਗੱਲ ਹੋਈ, ਜਦੋਂ ਮੈਂ ਜਾਂਚ ਕੀਤੀ ਸਾਰੇ ਦੀ, ਤਾਂ ਉਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਕਿ ਮੇਰੇ ਕੋਲ ਤਾਂ ਪੌਪਲਾਈਨ ਹੀ ਹੈ ਨਹੀਂ। ਅੱਛਾ ਜੀ। ਤੇ ਇਹਨਾਂ ਨੇ ਉਸ ਦੇ ਨਾਂ ਤੇ ਬਿੱਲ ਕੱਟ ਰੱਖਿਆ। ਠੀਕ ਹੈ ਜੀ। ਉਸ ਤੋਂ ਬਾਅਦ 4 ਦੀਵਾਰੀ ਤੋਂ ਜਿਹੜੀ ਹੋਈ, ਉਹਦੇ ਵਿੱਚ ਜਿਹੜੀ ਲੇਬਰ ਯੂਜ਼ ਕੀਤੀ ਗਈ ਹੈ, ਲੇਬਰ ਦਾ ਜਦੋਂ ਮੈਂ ਸਰਪੰਚ ਸਾਹਿਬ ਨੂੰ ਪੁੱਛਿਆ ਵੀ ਇਹ ਬੰਦੇ ਕਿੱਥੋਂ ਹੈ, ਤਾਂ ਉਸ ਨੇ ਮੈਨੂੰ ਇੱਕੋ ਹੀ ਗੱਲ ਕਹੀ ਵੀ ਐ ਲਾਉਣੇ ਪੈਂਦੇ ਆ, ਸਾਨੂੰ ਬਾਹਰੋਂ ਬੰਦੇ ਆਏ ਆ। ਮੈਂ ਕਿਹਾ ਵੀ ਇਕੱਲੇ ਬੰਦੇ ਦੀ ਮੈਨੂੰ ਜਾਂਚ ਕਰਨੀ ਹੈ, ਮੈਨੂੰ ਸਾਰਿਆਂ ਦੇ ਐਡਰੈਸ ਦੇ ਦਿਓ। ਤਾਂ ਇਹਨਾਂ ਨੇ ਮੈਨੂੰ ਸਹੀ ਤਰੀਕੇ ਨਾਲ ਕੋਈ ਐਡਰੈਸ ਨਹੀਂ ਦਿੱਤਾ, ਕੁਛ ਨਹੀਂ ਦੱਸਿਆ, ਮਤਲਬ ਚੁੱਪ ਜੇ ਕਰ ਗਏ। ਉਸ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਇਹਨਾਂ ਨੇ। ਉਸ ਤੋਂ ਬਾਅਦ ਕੀ ਹੋਇਆ, ਪਰਲਾ ਛੱਪੜ ਜਿਹੜਾ ਵੱਡੇ ਅੱਡੇ ਕੋਲੇ ਹੈਗਾ, ਉਹਦੀ ਇੱਕ ਛੋਟੀ ਜਿਹੀ ਕੰਧ ਕੱਢੀ, ਉਹ 2 ਮਹੀਨਿਆਂ ਬਾਅਦ ਹੀ ਡਿੱਗ ਪਈ। ਤੇ ਲਗਭਗ ਸਾਲ 1.5 ਸਾਲ ਤੋਂ ਉਹ ਉਵੇਂ ਹੀ ਪਈ ਸੀ। ਜਦੋਂ ਮੈਂ ਜ਼ਿਆਦਾ ਰੌਲਾ ਪਾਉਣ ਲੱਗ ਗਿਆ, ਉਸ ਤੋਂ ਬਾਅਦ ਉਸ ਨੂੰ ਥੋੜ੍ਹਾ ਜਿਹਾ ਕੱਢਤਾ, ਜਿੰਨੀ ਕੁ ਟੁੱਟੀ ਸੀ ਉਸ ਨੂੰ ਦੁਬਾਰੇ ਫੇਰ ਕੱਢਤਾ। ਤਾਂ ਇੱਥੇ ਮੈਨੂੰ ਲੱਗਦਾ ਕਿ ਬਹੁਤ ਵੱਡੇ ਘਪਲੇ ਜਿਹੜੇ ਇਸ ਛੱਪੜ ਦੇ ਵਿੱਚ ਹੀ ਹੋਏ ਹੋਏ ਆ, ਕਿਉਂਕਿ ਜਦੋਂ ਦੇ ਸਰਪੰਚ ਸਾਹਿਬ ਸਾਡੇ ਬਣੇ ਹੋਏ ਆ ਉਦੋਂ ਦਾ ਹੀ ਉਹ ਛੱਪੜਾਂ 'ਚ ਬੜੇ ਹੋਏ ਆ। ਅੱਛਾ, ਹੋਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਪਿੰਡ ਦੇ ਵਿੱਚ, ਮੇਨ ਛੱਪੜਾਂ ਦੇ ਵਿੱਚ ਹੀ ਉਦੋਂ ਦੇ ਲੱਗੇ ਪਏ ਆ। ਜਿਹੜੇ ਟਰੈਕਟਰ ਚੱਲੇ, ਇਹਨਾਂ ਨੇ 10 ਟਰੈਕਟਰ ਮਤਲਬ ਦਿਖਾਏ ਹੋਏ ਹੈਗੇ, ਜਿਹੜੇ ਮਤਲਬ ਇਹਨਾਂ ਨੇ ਦਿਹਾੜੀ ਤੇ ਰੱਖੇ ਗਏ, ਜਿਹਦੀ ਦਿਹਾੜੀ ਇਹਨਾਂ ਨੇ ਦਿਖਾਈ ਹੈਗੀ 2500 ਰੁਪਏ ਡੇਲੀ। ਇੱਕ ਦਿਨ ਦੀ 2500 ਰੁਪਏ ਇਹਨਾਂ ਨੇ ਦਿਖਾਤਾ ਡੇਲੀ ਦਾ। ਬਟ
ਉਹਨਾਂ ਨੂੰ ਦੇਈ ਜਾਂਦੇ ਆ 1500 ਦੇ ਹਿਸਾਬ ਨਾਲ। 1000 ਰੁਪਏ ਹੋ ਗਿਆ। ਹਾਂ, ਇਹ ਵੀ ਮੈਨੂੰ ਕਿਉਂ ਪਤਾ ਲੱਗਾ ਜਦੋਂ ਮੈਂ ਟਰੈਕਟਰਾਂ ਵਾਲਿਆਂ ਨੂੰ ਫੋਨ ਕੀਤੇ, ਉਸ ਦੇ ਵਿੱਚੋਂ ਕੁਝ ਬੰਦੇ ਤਾਂ ਇਹ ਗੱਲ ਕਰ ਗਏ ਬਾਈ ਸਾਨੂੰ ਕਰਨਾ ਪੈਂਦਾ, ਸਾਡੀ ਮਜਬੂਰੀ ਹੈ, ਅਸੀਂ ਕੰਮ ਲੈਣਾ ਹੁੰਦਾ, ਅਸੀਂ ਨਹੀਂ ਬੋਲ ਸਕਦੇ ਇਹਨਾਂ ਚੀਜ਼ਾਂ ਤੇ। ਪਰ ਕੁਝ ਬੰਦਿਆਂ ਨੇ ਮੈਨੂੰ ਇਸ ਚੀਜ਼ ਤੇ ਕਿਹਾ ਵੀ ਅਸੀਂ ਬੋਲਾਂਗੇ। ਸਾਡੇ ਕੋਲ ਜਿਹੜੇ ਪੈਸੇ ਆਏ ਆ ਉਹਦੇ ਵਿੱਚੋਂ 18,000 ਰੁਪਏ 35-37,000 ਰੁਪਏ ਸਾਡੇ ਕੋਲ ਆਇਆ, ਜਿਹਦੇ ਵਿੱਚੋਂ 18,000 ਰੁਪਏ ਸਾਡੇ ਤੋਂ ਵਾਪਸ ਲਿਆ ਗਿਆ ਹੈ। ਇਹ ਕਹਿ ਕੇ ਵੀ ਤੁਹਾਡੇ ਅਕਾਊਂਟਾਂ ਦੇ ਵਿੱਚ ਵੱਧ ਪੈਸੇ ਪੈ ਗਏ, ਮਤਲਬ 2500 ਦੇ ਹਿਸਾਬ ਨਾਲ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਗਏ। ਜੀ। ਪਰ ਬਾਅਦ ਦੇ ਵਿੱਚ ਸਰਪੰਚ ਸਾਹਿਬ ਨੇ ਪੂਰਾ ਉਹਦਾ ਕਰਕੇ ਘਟਾਓ ਜੋੜ ਜਿੰਨਾ ਵੀ ਬਣਦਾ ਉਹ ਵਾਪਸ ਲੈ ਲਏ। ਵਾਪਸ ਲੈ ਲਏ ਜੀ। ਉਹ ਬੰਦੇ ਨੇ ਇਹ ਗੱਲ ਕਹੀ ਕਿ ਮੈਂ ਦੱਸਣ ਨੂੰ ਤਿਆਰ ਆਂਗਾ, ਮੈਨੂੰ ਲਿਖਤੀ ਰੂਪ 'ਚ ਵੀ ਦਿੱਤਾ ਹੋਇਆ ਬੰਦੇ ਨੇ ਵੀ ਭਾਈ ਸਾਡੇ ਤੋਂ 18,000 ਰੁਪਏ ਮੈਂਬਰ ਕਿਹੜਾ ਲੈ ਕੇ ਗਿਆ ਫੜ ਕੇ। ਇਹ ਗੱਲ ਕਹਿ ਕੇ ਵੀ ਵੱਧ ਆ ਗਏ ਤੁਹਾਡੇ ਖਾਤਿਆਂ ਦੇ ਵਿੱਚ, ਵੱਧ ਪੈ ਗਏ ਸਾਡੇ ਤੋਂ। ਇਹ ਗੱਲਾਂ ਕਰਕੇ ਪੈਸੇ ਇਹਨਾਂ ਤੋਂ ਲੈਤੇ ਗਏ ਆ। ਫਿਰ ਸ਼ਮਸ਼ਾਨ ਘਾਟ ਦੀ ਗੱਲ ਕਰ ਲਈਏ ਜੀ। ਸ਼ਮਸ਼ਾਨ ਘਾਟ ਦੇ ਵਿੱਚ ਕੀ ਹੋਇਆ ਜੀ, ਲਗਭਗ 20 ਸਾਲ ਪੁਰਾਣੇ ਦਰਖਤ ਲੱਗੇ ਹੋਏ ਸੀ ਸ਼ਮਸ਼ਾਨ ਘਾਟ ਦੇ ਵਿੱਚ। ਹਾਂਜੀ, ਤੇ ਦਰਖਤਾਂ ਦੀ ਵੀ ਗੱਲ ਕਰਕੇ ਤਾਂ ਪੂਰਾ ਜੰਗਲ ਸੀ ਇੱਕ ਤਰ੍ਹਾਂ ਦਾ ਉੱਥੇ। ਤਾਂ ਇਹਨਾਂ ਨੇ ਕੀ ਕੀਤਾ, ਉੱਥੋਂ ਦਰਖਤ ਪੱਟ ਤੇ ਸਫਾਈ ਦੇ ਨਾਂ ਤੇ ਕੋਈ ਇਸ਼ਤਿਹਾਰਬਾਜ਼ੀ ਨਹੀਂ ਕੀਤੀ, ਕੋਈ ਇਹਨਾਂ ਨੇ ਮਤਲਬ ਵੀ ਬੋਲੀ ਨਹੀਂ ਕਰਾਈ, ਚੁੱਪ ਕਰਕੇ ਉਹ ਦਰਖਤ ਸਾਰੇ ਪੱਟ ਕੇ ਵੇਚਤੇ। ਇਸ ਕਰਕੇ ਕਹਿਤਾ ਵੀ ਅਸੀਂ ਲੋਕਟੈਲ ਲਾਉਣੀ ਹੈ ਤੇ ਚਿੱਟਾ ਚੁੱਟਾ ਪੀਂਦੇ ਆ ਲੋਕ, ਪਤਾ ਨਹੀਂ ਲੱਗਦਾ। ਤੇ ਚਿੱਟਾ ਤਾਂ ਹੁਣ ਵੀ ਉੱਥੇ ਹੀ ਬੈਠ ਕੇ ਪੀਂਦੇ ਆ। ਜਿਹੜੇ ਘਰ ਨੇੜੇ ਵਾਲੇ ਹੈਗੇ ਆ ਉਹਨਾਂ ਦਾ ਇਹ ਕਹਿਣਾ ਵੀ ਪਹਿਲਾਂ ਸਾਨੂੰ ਦਿਸਦਾ ਨਹੀਂ ਸੀ, ਬੈਠੇ ਕੋਈ ਬੰਦੇ ਦਿਖਦੇ ਨਹੀਂ ਸੀ, ਹੁਣ ਸਾਨੂੰ ਸ਼ਰੇਆਮ ਦਿਸਦੇ ਆ ਜਦੋਂ ਹੀ ਕੋਠੇ ਤੇ ਚੜ੍ਹਦੇ ਆ। ਥੋੜਾ ਸਾਨੂੰ ਇਦੋਂ ਜ਼ਿਆਦਾ ਟੈਨਸ਼ਨ ਹੈ। ਤੇ ਜਿਹੜੀ ਲੋਕਟੈਲ ਲਾਈ ਉਹ ਵੀ ਬੈਠ ਚੁੱਕੀ ਹੈ, ਉਹਦਾ ਹੀ ਬੁਰਾ ਹਾਲ ਹੈ। ਤਾਂ ਕੁਝ ਗਲੀਆਂ ਇਹੋ ਜਿਹੀਆਂ ਬਣਾਈਆਂ ਗਈਆਂ ਜਿਹੜੀਆਂ ਮੇਰੀ ਨਿਗਾਹ 'ਚ ਹੈ। ਫਿਰਨੀ ਦੇ ਉੱਤੇ ਸਕੂਲ ਵਾਲੇ ਪਾਸੇ ਇਹਨਾਂ ਨੇ ਲੋਕਟੈਲ ਲਵਾਈ ਹੈ, ਜਿਹਦੇ ਵਿੱਚ ਕੀ ਹੋਇਆ, ਇਹਨਾਂ ਨੇ ਲੋਕਟੈਲ ਉੱਥੇ ਰੱਖਦੀ, ਜ਼ਿਮੀਂਦਾਰ ਭਰਾਵਾਂ ਨੇ ਆਪੇ ਉਹ ਚੱਕ ਲਾਤੀ, ਇਹਨਾਂ ਨੇ ਬਾਈਆਂ ਨੇ ਵਿੱਚ ਬਿੱਲ ਲੇਬਰ ਦੇ ਪਾਤੇ। ਅੱਛਾ ਜੀ। ਫਿਰ ਜਦੋਂ ਮੈਂ ਨਥਾਣੇ ਵੀਡੀਓ ਕੋਲੇ ਗਿਆ, ਉੱਥੇ ਇਹਨਾਂ ਦੇ ਮਤਲਬ ਜਿਹੜੇ ਸੈਕਟਰੀ ਬੈਠਦੇ ਆ, ਗੱਲਾਂ 'ਚ ਮੈਨੂੰ ਇਹ ਦੱਸਿਆ ਉਹਨਾਂ ਨੇ ਵੀ ਸਾਡੀ ਮਜਬੂਰੀ ਹੁੰਦੀ ਹੈ, ਸਾਨੂੰ ਇਹ ਕਰਨੇ ਪੈਂਦੇ ਆ, ਲੇਬਰ ਬਾਹਰੋਂ ਸਾਨੂੰ ਪਾਉਣੀ ਪੈਂਦੀ ਹੈ, ਠੀਕ ਹੈ, ਲੋਕਾਂ ਤੋਂ ਕੰਮ ਸਾਨੂੰ ਕਰਾਉਣਾ ਪੈਂਦਾ, ਉਹਦੀ ਵੀ ਲੇਬਰ ਸਾਨੂੰ ਪਾਉਣੀ ਹੁੰਦੀ, ਨਹੀਂ ਸਾਡੇ ਬਿੱਲ ਨਹੀਂ ਪਾਸ ਹੁੰਦੇ। ਇਹ ਵੀ ਦੱਸਿਆ ਗਿਆ ਵੀ 35% ਕਮਿਸ਼ਨ ਵੀ ਹੁੰਦਾ ਤਾਂ ਤੱਕ, ਇਹ ਵੀ ਉਹਨਾਂ ਨੇ ਦੱਸਿਆ ਮੈਨੂੰ 35% ਕਮਿਸ਼ਨ ਤਾਂ ਤੱਕ ਦੇਣਾ ਪੈਂਦਾ ਸਾਨੂੰ, ਸਾਡੀ ਮਜਬੂਰੀ ਹੈ। ਫਿਰ ਬਿੱਲ ਪਾਸ ਹੁੰਦੇ ਆ, ਫਿਰ ਸਰਟੀਫਿਕੇਟ ਮਿਲਦੇ ਆ। ਇਹ ਸਾਰੇ ਜੇਈ ਨੇ ਇਹਦੇ ਸਰਟੀਫਿਕੇਟ ਦਿੱਤੇ ਹੋਏ ਆ। ਇਕਬਾਲ ਸਿੰਘ ਜੀ DDPO ਸੀਗੇ ਜਦੋਂ ਮੇਰਾ ਫੈਸਲਾ ਹੋਇਆ, ਲਗਭਗ ਮੈਨੂੰ 8-9 ਮਹੀਨੇ ਮਤਲਬ ਹੋ ਗਏ ਇਸ ਚੀਜ਼ ਦੇ ਵਿੱਚ। ਮੈਂ DC ਸਾਹਿਬ ਨੂੰ ਐਪਲੀਕੇਸ਼ਨ ਪਾਈ ਸੀ, ਐਪਲੀਕੇਸ਼ਨ DC ਸਾਹਿਬ ਨੇ ਇਹਨਾਂ ਕੋਲੇ ਭੇਜਤੀ DDPO ਆਫਿਸ 'ਚ। DDPO ਆਫਿਸ ਨੇ ਮੈਨੂੰ ਭਕਾਈ ਕਰਾਈ ਮੇਰੀ, ਤੜਕੇ ਮੈਨੂੰ ਬੁਲਾ ਲੈਂਦੇ ਸੀ, ਸ਼ਾਮ ਨੂੰ ਮੈਨੂੰ ਕਹੇ ਉਹ ਤਾਂ ਆਈ ਨਹੀਂ, ਕੋਈ ਗੱਲ ਨਹੀਂ ਫੇਰ ਆ ਜਾਵਾਂਗੇ, ਫੇਰ ਤੁਹਾਨੂੰ ਦੁਬਾਰਾ ਤਰੀਕ ਦਿੰਦੇ ਆ। ਜਿੱਦੇ ਮਾੜਾ ਜਿਹਾ ਰੌਲਾ ਪਾ ਲੈਂਦਾ ਸੀ, ਉੱਚੀ ਬੋਲ ਪੈਂਦਾ ਸੀ, ਉਦੋਂ ਮੇਰੀ ਗੱਲ ਸੁਣ ਲੈਂਦੇ ਸੀ, ਨਹੀਂ ਮੈਨੂੰ ਬਾਹਰ 'ਚ ਬਿਠਾ ਕੇ ਮੋੜਦੇ ਸੀ। ਜਦੋਂ ਇਕਬਾਲ ਸਿੰਘ ਜੀ ਆਏ ਉਦੋਂ ਮੈਨੂੰ ਲੱਗਿਆ ਵੀ ਯਾਰ ਬੰਦਾ ਵਧੀਆ ਹੈਗਾ, ਇਹ ਆਪਣੀ ਗੱਲ ਸੁਣੂਗਾ, ਬਟ ਉਹ ਵੀ ਉਹਨਾਂ ਲੱਛਣਾਂ ਤੇ ਆ ਗਿਆ। ਜਦੋਂ ਮੈਨੂੰ ਅੰਦਰ ਬਿਠਾਇਆ ਗਿਆ ਤੇ 4-5 ਬੰਦੇ ਇਹ ਬੈਠ ਗਏ, ਮੈਂ ਇਕੱਲਾ ਸੀਗਾ, ਤਾਂ ਮੈਨੂੰ ਇਹਨਾਂ ਨੇ ਮਤਲਬ ਇੱਥੋਂ ਤੱਕ ਵੀ ਕਿਹਾ ਵੀ ਇਹਦਾ 4 ਲੱਖ ਪਹਿਲਾਂ ਕੋਲੋਂ ਲਾਈ ਬੈਠਾ, ਇਹਦੇ ਕੋਲ ਕੀ ਹੈ, ਵਿਚਾਰੇ ਕੋਈ ਗਰੀਬ ਬੰਦਾ ਗਾ, ਕਿਉਂ ਤੰਗ ਕਰਦੇ ਹੋ। ਅੱਛਾ, ਇਹ ਵੀ ਗੱਲਾਂ ਮੈਨੂੰ ਕਹਾਂਗਾ ਵੀ ਤੂੰ ਲੈਣਾ ਕੀ ਇਹਨਾਂ ਚੀਜ਼ਾਂ ਤੋਂ। ਇੱਥੋਂ ਤੱਕ ਵੀ ਕਹਿ ਗਏ ਆਪਾਂ ਕੀ ਲੈਣਾ, ਇਹ ਤਾਂ ਦੁਨੀਆਦਾਰੀ ਹੀ ਚੱਲਦੀ ਹੁੰਦੀ ਹੈ। ਇਹਨਾਂ ਦੇ 4 ਲੱਖ ਸਰਪੰਚ ਕੋਲੋਂ ਲਾਈ ਬੈਠਾ ਕਹਿੰਦੇ, ਇਹ ਗੱਲ ਕਹੀ। ਇਹ ਵੀ ਮੈਨੂੰ ਮਤਲਬ ਕਹਾਂਗਾ। ਫਿਰ ਮੇਰੇ ਤੋਂ ਇੱਕ ਐਪਲੀਕੇਸ਼ਨ ਲਿਖੀ ਗਈ, ਮਤਲਬ ਬਿਆਨ ਲਿਖੇ ਗਏ ਮੇਰੇ, ਇਹਨਾਂ ਵੱਲੋਂ ਹੀ ਲਿਖੇ ਗਏ। ਉਹਦੇ ਉੱਤੇ ਕਹਿੰਦੇ ਸਾਈਨ ਕਰ, ਮੈਂ ਕਿਹਾ ਵੀ ਮੈਂ ਸਾਈਨ ਨਹੀਂ ਕਰ ਸਕਦੇ ਉੱਤੇ। ਉਹਨਾਂ ਨੂੰ ਸਰਪੰਚ ਸਾਹਿਬ ਨੂੰ ਤੇ ਸੈਕਟਰੀ ਸਾਹਿਬ ਨੂੰ ਕਿਹਾ ਗਿਆ ਵੀ ਤੁਸੀਂ ਆਪਦੇ ਬਿਆਨ ਘਰੋਂ ਲਿਖ ਕੇ ਲਿਆਇਓ, ਤੇ ਮੈਨੂੰ ਕਹਿੰਦੇ ਤੂੰ ਇੱਥੇ ਲਿਖ। ਮੈਂ ਰੌਲਾ ਜਦੋਂ ਪਾਇਆ ਵੀ ਮੈਂ ਇਹਨਾਂ ਬਿਆਨਾਂ ਦੇ ਉੱਤੇ ਸਾਈਨ ਨਹੀਂ ਕਰਦਾ, ਇਹਦੇ ਵਿੱਚ ਤੁਸੀਂ ਸਾਰੀ ਗਲਤ ਲਿਖੀ ਬੈਠਾ, ਜਿਹੜੀਆਂ ਮੇਰੀਆਂ ਗੱਲਾਂ ਉਹ ਤੋਂ ਇੱਕ ਵੀ ਨਹੀਂ ਲਿਖੀ ਤੁਸੀਂ। ਤਾਂ ਮੈਂ ਉੱਥੋਂ ਉੱਠ ਕੇ ਤੁਰਿਆ ਆ। ਉਸ ਤੋਂ ਬਾਅਦ ਦੂਜੇ ਦਿਨ ਮੈਂ ਆਪਦੇ ਬਿਆਨ ਦੇ ਕੇ ਆਇਆ, 4 ਤਰੀਕ ਨੂੰ ਬਿਆਨ ਦੇ ਕੇ ਆਇਆ, ਤੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ, 1-2 ਦਿਨਾਂ 'ਚ ਅਸੀਂ ਕਰਦੇ ਹਾਂ ਕਾਰਵਾਈ ਤੇ ਤੈਨੂੰ ਦੱਸ ਦਾਂਗੇ। ਮੈਂ ਵੀ ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੀ ਹੋ ਗਈ ਬਦਲੀ, ਇਕਬਾਲ ਸਿੰਘ ਜੀ ਦੀ। ਫੇਰ ਮੈਂ ਜਾਇਆ ਕਰਾਂ, ਦੱਸਦੇ ਆ ਨਵਾਂ DDPO ਹੋਊਗਾ, ਫੇਰ ਦੱਸਾਂਗੇ। 15-20 ਦਿਨ ਮੈਨੂੰ ਫੇਰ ਭਕਾਈ ਕਰਾਈ। 15-20 ਦਿਨਾਂ ਬਾਅਦ ਮੈਨੂੰ ਇਹ ਕਿਹਾ ਜਾਂਦਾ ਵੀ ਇਹਦਾ ਤਾਂ ਫੈਸਲਾ ਹੋ ਗਿਆ, ਤੁਹਾਨੂੰ ਕਹਿਤਾ ਜਾਂਦਾ। ਹਾਂ, ਮੈਂ ਆਖਿਆ ਵੀ ਐਂ ਫੈਸਲਾ ਕਿਵੇਂ ਹੋ ਗਿਆ, ਮੇਰੇ ਬਿਆਨ ਲਿੱਤੇ ਗਏ ਆ, ਉਸ ਤੋਂ ਬਾਅਦ ਤੁਸੀਂ ਜਾਂਚ ਪੜਤਾਲ ਕਰੋ, ਫੇਰ ਹੀ ਫੈਸਲਾ ਹੋਊਗਾ ਨਾ, ਮੈਨੂੰ ਤਾਂ ਸੰਤੁਸ਼ਟ ਕਰੋ ਨਾ, ਮੈਂ ਕਿਵੇਂ ਸੰਤੁਸ਼ਟ ਹੁੰਨਾ। ਦੂਜੀ ਗੱਲ ਇਹ, ਮੇਰਾ ਸਰਪੰਚ ਨਾਲ ਕੋਈ ਰੌਲਾ ਨਹੀਂ, ਮੇਰੇ ਕੋਈ ਨਿੱਜੀ ਦੁਸ਼ਮਣੀ ਨਹੀਂ ਸਰਪੰਚ ਨਾਲ, ਪਰ ਮੈਨੂੰ ਲੱਗਦਾ ਕਿ ਪਿੰਡ ਦਾ ਪੈਸਾ ਹੈ, ਪਿੰਡ ਦਾ ਪੈਸਾ ਹੈਗਾ ਤੇ ਪਿੰਡ ਤੇ ਸਹੀ ਤਰੀਕੇ ਨਾਲ ਲੱਗਣਾ ਚਾਹੀਦਾ ਹੈ। ਤੇ ਇਹ ਸਾਰੇ ਰਲ ਮਿਲ ਕੇ ਜਿਹੜੇ ਅਫਸਰ ਖਾਂਦੇ ਆ, ਜਿਹੜੇ ਸਰਪੰਚ ਹੋ ਗਏ, ਠੀਕ ਹੈ, ਤਹਾਂ ਤੱਕ ਅਫਸਰ ਸਾਰੇ, ਮਤਲਬ ਇਹਨਾਂ ਦੇ ਦਫ਼ਤਰਾਂ 'ਚ ਇਹ ਗੱਲਾਂ ਮੈਨੂੰ ਪਤਾ ਲੱਗੀਆਂ ਵੀ ਥੱਲੇ ਤੋਂ ਲੈ ਕੇ ਤਹਾਂ ਤੱਕ ਕਮਿਸ਼ਨ ਦੇਣਾ ਹੀ ਪੈਂਦਾ, ਹੋਰ ਹੱਲ ਹੀ ਨਹੀਂ ਕੋਈ। ਕੁੱਲ ਮਿਲਾ ਕੇ ਜਿਵੇਂ ਤੁਸੀਂ RT ਪਾਈਆਂ ਨੇ, ਤੁਹਾਨੂੰ ਕਿੰਨਾ ਇਹਦੇ ਵਿੱਚ ਹੋਇਆ ਵੀ ਪਿੰਡ ਦੇ ਵਿੱਚ ਕਿੰਨਾ ਲੱਗਿਆ ਤੇ ਪਿੰਡ ਨੂੰ ਪੈਸਾ ਮਿਲਿਆ ਕਿੰਨਾ? ਦੇਖੋ ਜੀ, ਪਿੰਡ ਦੀ ਜੇ ਗੱਲ ਕਰਾਂ ਤਾਂ ਪਿੰਡ ਸਾਡਾ ਬਠਿੰਡੇ ਜ਼ਿਲ੍ਹੇ ਦੇ ਅਮੀਰ ਪਿੰਡਾਂ 'ਚ ਆਉਂਦਾ, ਕਰੋੜਪਤੀ ਪਿੰਡ ਆ ਸਾਡਾ। ਸਾਨੂੰ ਲਗਭਗ ਜੇਲ੍ਹ ਵਾਲੇ ਪਾਸਿਓਂ
ਲਗਭਗ 5 ਸਾਲਾਂ ਦੇ ਵਿੱਚ 2 ਕਰੋੜ ਰੁਪਇਆ ਆ ਜਾਂਦਾ ਹੈ। ਫਿਰ ਮੇਰੀ ਮਤਲਬ ਐਮਐਲ ਦੇ ਪੀਏ ਨਾਲ ਪਹਿਲਾਂ ਨਾਲ ਗੱਲ ਹੋਈ, ਉਹਨੇ ਵੀ ਮੈਨੂੰ ਇਹ ਗੱਲ ਦੱਸੀ, ਅਸੀਂ ਵੀ 1.5-2 ਕਰੋੜ ਰੁਪਇਆ ਗ੍ਰਾਂਟ ਵੀ ਦੇ ਚੁੱਕੇ ਹਾਂ। ਮਤਲਬ ਜੇ ਮੋਟਾ ਜਿਹਾ ਲੱਗੇ ਤਾਂ ਸਾਲਾਨਾ ਇਨਕਮ ਦੀ ਗੱਲ ਕਰਾਂ ਤਾਂ 50 ਤੋਂ ਲੈ ਕੇ 70 ਲੱਖ ਰੁਪਇਆ ਸਾਡੀ ਸਾਲਾਨਾ ਇਨਕਮ ਹੈ। ਪਰ ਨਾ ਸਾਡੇ ਕੋਲ ਸਫਾਈ ਸੇਵਕ ਹੈ ਪਿੰਡ ਦੇ ਵਿੱਚ, ਨਾ ਸਾਡੇ ਕੋਲ ਪੰਚਾਇਤ ਘਰ ਆ ਪਿੰਡ ਦੇ ਵਿੱਚ, ਨਾ ਸਾਡੇ ਕੋਲ ਬਾਰਡਰ ਬਾਕਸ ਚੱਲਦਾ ਸਾਡਾ, ਨਾ ਸਾਡੀਆਂ ਗਲੀਆਂ ਨਾਲੀਆਂ ਹਜੇ ਤੱਕ ਸਹੀ ਹੋਈਆਂ। ਜੇ ਕੋਈ 5-7 ਗਲੀਆਂ ਬਣੀਆਂ ਉਹ ਲੋਕਾਂ ਨੇ ਆਪਦੀ ਪਾਵਰ ਕਰਕੇ ਬਣਾਈਆਂ, ਸਰਪੰਚ ਦੇ ਕਹਿਣ ਤੇ ਨਹੀਂ ਬਣੀਆਂ, ਤਹਾਂ ਤੋਂ ਕਹਾ ਕੇ ਲੀਡਰਾਂ ਤੋਂ ਕਹਾ ਕੇ ਲੋਕਾਂ ਨੇ ਹਿੱਕ ਦੇ ਜ਼ੋਰ ਤੇ ਬਣਾਈਆਂ, ਸਰਪੰਚ ਕਰਕੇ ਨਹੀਂ ਬਣੀਆਂ। ਜਿੰਨੀਆਂ ਵੀ ਗਲੀਆਂ ਬਣੀਆਂ, ਜੇ 5-7 ਗਲੀਆਂ ਬਣੀਆਂ ਵੀ ਹੈ ਤੇ ਇੰਨਾ ਪੈਸਾ ਹੋਣ ਦੇ ਬਾਵਜੂਦ ਕੋਈ ਸਟਰੀਟ ਲਾਈਟ ਨਹੀਂ ਪਿੰਡ ਦੇ ਵਿੱਚ, ਕੋਈ ਦਰਖਤ ਨਹੀਂ ਲੱਗੇ ਪਿੰਡ ਦੇ ਵਿੱਚ, ਕੋਈ ਫਿਰਨੀ ਤੇ ਲੋਕ ਟਾਇਲ ਨਹੀਂ ਲੱਗੀ ਪਿੰਡ ਦੇ ਵਿੱਚ। ਪਰ ਦਿਖਾਈ ਜਾਂਦੇ ਆ ਇਹ ਵੀ ਅਸੀਂ ਲਾਈ ਜਾਣਾ, ਅਸੀਂ ਐਂ ਕਰਤਾ ਜੀ। ਹਾਂ 1.5 ਕਰੋੜ ਰੁਪਈਆ ਸੈਕਟਰੀ ਸਾਹਿਬ ਨੇ ਮੈਨੂੰ ਦੱਸਿਆ ਵੀ ਅਸੀਂ ਪਿੰਡ ਤੇ ਲਾ ਚੁੱਕੇ ਹਾਂ। ਹੁਣ 4 ਸਾਲਾਂ ਦੇ ਵਿੱਚ ਲਗਭਗ ਸਾਲ ਕੀ ਰਹਿ ਗਿਆ, 4 ਸਾਲਾਂ ਦੇ ਵਿੱਚ 1.5 ਕਰੋੜ ਰੁਪਈਆ ਅਸੀਂ ਲਾ ਚੁੱਕੇ ਹਾਂ। ਪਰ ਮੈਨੂੰ ਹਜੇ ਤੱਕ ਉਹ 1.5 ਕਰੋੜ ਦਿਖਾਇਆ ਹੀ ਨਹੀਂ ਕਿੱਥੇ ਹੈ, ਕਿੱਥੇ ਲੱਗਿਆ ਇਹ ਵੀ ਲੱਗਦਾ ਕਿੰਨਾ ਕੁ ਲੱਗਿਆ ਹੋਊ। ਦੇਖੋ ਮੇਰੇ ਹਿਸਾਬ ਨਾਲ ਤਾਂ 50 ਲੱਖ ਵੀ ਨਹੀਂ ਲੱਗਿਆ ਲੱਗਦਾ ਮੈਨੂੰ ਤਾਂ ਸਹੀ। ਅੱਛਾ ਇਹ ਲੱਗਦਾ ਹੈ। ਹਾਂ ਅੱਛਾ ਇੱਕ ਹੋਰ ਗੱਲ ਦੱਸਿਓ ਸਾਨੂੰ ਵੀ ਜਦੋਂ ਇਹ ਮਾਮਲਾ ਤੁਸੀਂ ਧਿਆਨ ਦੇ ਵਿੱਚ ਆਇਆ ਪਿੰਡ ਦੇ ਵਿੱਚ ਕਿਸੇ ਨੇ ਕੋਈ ਤੁਹਾਡੇ ਨਾਲ ਆ ਕੇ ਲੋਕ ਖੜੇ ਵੀ ਹਾਂ ਯਾਰ ਆਪਣੇ ਪਿੰਡ ਦੇ ਪੈਸੇ ਦੀ ਲੁੱਟ ਹੋਈ ਜੀ, ਜਾਂ ਤੁਹਾਨੂੰ ਹੀ ਸਮਝਾਉਣ ਆ ਗਏ ਵੀ ਯਾਰ ਕੀ ਲੈਣਾ ਇਹ ਤਾਂ ਚੱਲਦੇ ਰਹਿੰਦਾ। ਦੇਖੋ ਦੋਨੇ ਗੱਲਾਂ ਹੀ ਹੋਈਆਂ ਜੀ ਮੇਰੇ ਨਾਲ। ਮੇਰੇ ਕੋਲ ਲੋਕਾਂ ਨੇ ਇਹ ਵੀ ਆ ਕੇ ਕਿਹਾ ਵੀ ਤੂੰ ਸਹੀ ਹੈ, ਬਹੁਤ ਵਧੀਆ ਕੰਮ ਕਰ ਰਿਹਾ, ਅਸੀਂ ਤੇਰੇ ਨਾਲ ਖੜੇ ਆ। ਜਿੱਥੋਂ ਬਰੇਤੀ ਆਈ ਹੈ ਉਹ ਵੀ ਅਸੀਂ ਦੱਸਣ ਨੂੰ ਤਿਆਰ ਆ, ਕਿਹਨਾਂ ਦੀ ਮੋਟਰ ਤੋਂ ਚੱਕ ਕੇ ਲਿਆਂਦੀ ਹੈ ਇਹ ਵੀ ਦੱਸਣ ਨੂੰ ਤਿਆਰ ਆ, ਕਿਹੜੇ ਬੰਦੇ ਲੱਗੇ, ਕਿਹੜੀ ਲੇਬਰ ਗਲੀਆਂ ਦੇ ਵਿੱਚ ਲੱਗੀ ਉਹ ਵੀ ਅਸੀਂ ਦੱਸਣ ਨੂੰ ਤਿਆਰ ਆ, ਅਸੀਂ ਤੇਰੇ ਨਾਲ ਹੈ। ਘਪਲੇ ਹੋਏ ਆ ਪੱਕਾ ਹੀ ਹੈ ਇਹ ਵੀ ਕਿਹਾ। ਪਰ ਬਹੁਤੇ ਲੋਕ ਇਹੋ ਜਿਹੇ ਵੀ ਆਏ ਵੀ ਆਪਾਂ ਕੀ ਲੈਣਾ, ਤੇਰੇ ਕਿਹੜਾ ਜੇਬ ਚੋਂ ਖਾਂਦੇ ਆ, ਸਰਕਾਰ ਦਾ ਪੈਸਾ ਖਾਈ ਜਾਣਦੇ। ਜਸਵੀਰੇ ਮੈਨੂੰ ਇੱਕ ਗੱਲ ਲੱਗਦੀ ਹੈ ਕਿ 70-75 ਸਾਲਾਂ ਤੋਂ ਨਾ ਆਪਾਂ ਐਂ ਕਹਿ ਕੇ ਸਾਰੀਆਂ ਨੇ ਵੀ ਆਪਾਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਕੀ ਲੈਣਾ ਦੇ ਚੱਕਰ ਦੇ ਵਿੱਚ ਪੰਜਾਬ 3 ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਿਆ ਤੇ ਹਰ ਇਨਸਾਨ 1 ਲੱਖ ਦਾ ਕਰਜ਼ਾਈ ਹੈ ਬਿਲਕੁਲ ਸਰਕਾਰੀ ਤੌਰ ਤੇ। ਇਹ ਆਪਾਂ ਕੀ ਲੈਣਾ ਦੀ ਵਜ੍ਹਾ ਕਰਕੇ ਆ। ਮੈਨੂੰ ਵੀ ਇੱਕ ਵਾਰੀ ਐਂ ਲੱਗਿਆ, ਮੈਨੂੰ ਪਰਸੋਂ ਚੌਥੀ ਕਿਸੇ ਬੰਦੇ ਨੇ ਇਹ ਗੱਲ ਕਹਿਤੀ, ਤੂੰ ਆਪਦੇ ਬੱਚੇ ਪਾਲਾ, ਤੂੰ ਲੈਣਾ ਕੀ ਹੈ, ਇਹ ਤਾਂ ਹੀ ਚੱਲਦੇ ਹੁੰਦੇ, ਤੇਰਾ ਕੁਝ ਨਹੀਂ ਵੱਟਣ ਦੇਣਾ ਇਹਨਾਂ ਨੇ। ਇੱਥੋਂ ਤੱਕ ਵੀ ਮੈਨੂੰ ਕਹਿਤਾ ਕਿ ਤੇਰੇ ਕੋਲ ਰਾਜਨੀਤਿਕ ਪਾਵਰ ਹੈ, ਮੈਂ ਵੀ ਨਹੀਂ ਹੈਗੀ, ਤੇਰੇ ਕੋਲ ਪੈਸਾ ਹੈ, ਮੈਂ ਵੀ ਨਹੀਂ ਹੈਗਾ, ਫਿਰ ਤੇਰਾ ਡੱਕਾ ਨਹੀਂ ਹੋਣ ਦਿੰਦੇ, ਜਿੰਨਾ ਮਰਜ਼ੀ ਜ਼ੋਰ ਲਾ ਲਾ। ਇੱਥੋਂ ਤੱਕ ਕਹਿਦਾ ਤੂੰ ਆਪਦੇ ਬੱਚੇ ਪਾਲਾ, ਨਹੀਂ ਤੈਨੂੰ ਤੰਗ ਕਰਨਗੇ। ਤਾਂ ਮੈਨੂੰ ਵੀ ਇੱਕ ਵਾਰੀ ਲੱਗਿਆ ਵੀ ਗੱਲ ਠੀਕ ਹੈ ਯਾਰ, ਬਟ ਫਿਰ ਜਦੋਂ ਮੈਂ ਆ ਕੇ ਇਹ ਗੱਲ ਸੋਚੀ ਵੀ ਫਿਰ ਮੈਂ ਵੀ ਉਹਨਾਂ 'ਚ ਹੀ ਆ ਗਿਆ ਨਾ ਵੀ ਆਪਾਂ ਕੀ ਲੈਣਾ, ਆਪਾਂ ਕੀ ਲੈਣਾ ਦੇ ਵਿੱਚ ਤਾਂ ਪਹਿਲਾਂ ਕਰਜਾਈ ਬੜਿਆ। ਤੇ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ ਇਹ ਕਹਿਣਾ ਪਊਗਾ ਵੀ ਆਪਾਂ ਹੀ ਲੈਣਾ ਹੈ, ਤੇ ਨਹੀਂ ਤਾਂ ਮਹਿੰਗਾਈ ਹੋਰ ਵਧੂਗੀ ਤੇ ਕਰਜ਼ਾ ਪੰਜਾਬ ਸਰ ਹੋਰ ਵਧਣ ਵਾਲਾ ਹੈ। ਇਸ ਕਰਕੇ ਮੈਂ ਅੜ ਗਿਆ ਹੁਣ ਵੀ ਆਪਾਂ ਲੈਣਾ ਹੀ ਲੈਣਾ ਹੁਣ ਤਾਂ। ਹੁਣੇ ਕਿੱਥੇ ਤੱਕ ਪਹੁੰਚਿਆ ਕੇਸ ਦੁਬਾਰੇ, ਜਦੋਂ ਤੁਹਾਨੂੰ ਇੱਕ ਵਾਰੀ ਆਖ ਦਿੱਤਾ ਕਿ ਭਾਈ ਤੁਹਾਡਾ ਫੈਸਲਾ ਕਰਤਾ, ਤੁਸੀਂ ਅੱਗੇ ਸਾਨੂੰ ਮੈਨੂੰ ਦੱਸੇ ਬਣਾ ਹਨਾ, ਹੁਣ ਇਹ ਫੈਸਲਾ ਕਿੱਥੇ? ਹੁਣ ਮੈਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੈਨੂੰ ਇਹ ਗੱਲ ਕਹਿਤੀ ਵੀ ਭਾਈ ਇਹਦਾ ਤਾਂ ਫੈਸਲਾ ਹੋ ਚੁੱਕਿਆ, ਉਸ ਤੋਂ ਬਾਅਦ ਡੀਡੀਪੀਓ ਮੈਡਮ ਜਿਹੜੇ ਨਵੇਂ ਆਏ ਆ ਉਹਨਾਂ ਨੇ ਮੈਨੂੰ ਇਹ ਗੱਲ ਕਹਿਤੀ ਵੀ ਹੁਣ ਸਾਡੇ ਹੱਥੋਂ ਬਾਹਰ ਹੈ, ਤਾਂ ਜਾਓ। ਤਾਂ ਮੈਂ ਡੀਸੀ ਸਾਹਿਬ ਕੋਲੇ ਗਿਆ, ਡੀਸੀ ਸਾਹਿਬ ਨੂੰ ਮਿਲਿਆ, ਉਹਨਾਂ ਨਾਲ ਵਧੀਆ ਗੱਲਬਾਤ ਹੋਈ ਹੈ। ਉਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਵੀ ਇਸ ਦੀ ਫਾਈਲ ਸਾਡੇ ਕੋਲੇ ਪਹੁੰਚ ਜੂਗੀ ਇੱਕ ਦੇ ਦਿਨ ਦੇ ਵਿੱਚ, ਉਸ ਤੋਂ ਬਾਅਦ ਇਹਦੇ ਉੱਤੇ ਬਣਦੀ ਕਾਰਵਾਈ ਅਸੀਂ ਕਰਾਂਗੇ। ਤੇ ਮੈਨੂੰ ਵਿਸ਼ਵਾਸ ਵੀ ਹੈ ਵੀ ਬੰਦਾ ਕਰੂਗਾ, ਕਿਉਂਕਿ ਜਿਹੜੀਆਂ ਗੱਲਾਂ ਉਹਦੀਆਂ ਮੈਨੂੰ ਮਹਿਸੂਸ ਹੋਇਆ, ਦੇਖੋ ਮਹਿਸੂਸ ਹੋ ਜਾਂਦਾ ਬੰਦਾ ਸੱਚ ਬੋਲਦਾ ਜਾਂ ਝੂਠ ਬੋਲਦਾ ਹੈ ਨਾ, ਤਾਂ ਮੈਨੂੰ ਉਹਨਾਂ ਦੇ ਗੱਲਾਂ 'ਚੋਂ ਲੱਗਿਆ ਵੀ ਕੁਝ ਨਾ ਕੁਝ ਜ਼ਰੂਰ ਕਰਨਗੇ। ਉਸ ਤੋਂ ਬਾਅਦ ਜੇ ਗੱਲ ਕਰਾਂ, ਮੈਂ ਐਮਐਲਏ ਸਾਹਿਬ ਨੂੰ ਵੀ, ਮਾਸਟਰ ਜੀ ਨੂੰ ਮਿਲ ਕੇ ਆ ਚੁੱਕਿਆ, ਉਹ ਥੋੜ੍ਹੇ ਬਿਮਾਰ ਸੀਗੇ ਉਹਦੇ, ਉਹ ਵੀ ਕਹਿੰਦਾ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਅਸੀਂ ਇੱਥੇ ਕਾਰਵਾਈ ਕਰਾਂਗੇ। ਉਸ ਤੋਂ ਬਾਅਦ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੂੰ ਵੀ ਚਿੱਠੀ ਲਿਖ ਚੁੱਕਿਆ ਤੇ ਪੇਂਡੂ ਵਿਕਾਸ ਮੰਤਰਾਲੇ ਨੂੰ ਵੀ ਚਿੱਠੀ ਲਿਖ ਚੁੱਕਿਆ ਇਸ ਵਿਸ਼ੇ ਤੇ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਤੋਂ ਬਾਅਦ ਜੋ ਨਿਕਲੂਗਾ ਮੈਂ ਉਹਦੇ ਨਾਲ ਸਹਿਮਤ ਹਾਂ। ਦੇਖੋ ਪਿੰਡ ਦੇ ਵਿੱਚ ਇੰਨਾ ਪੈਸਾ ਆਇਆ, ਕਿੱਥੇ ਗਿਆ? ਇੱਕ ਗੱਲ ਹੋਰ ਤੁਹਾਨੂੰ ਦੱਸਦਾ ਵੀ ਸਰਪੰਚ ਤੋਂ ਜ਼ੁਬਾਨੀ ਪੁੱਛਿਆ ਕਦੇ? ਸਰਪੰਚ ਨਾਲ ਮੇਰੀ 1-2 ਵਾਰੀ ਗੱਲ ਹੋਈ ਹੈ, ਬਟ ਹਾਂ ਮੈਂ ਫੋਨ ਤੇ ਇੱਕ ਵਾਰੀ ਲਾਈਟਾਂ ਬਾਰੇ ਕਿਹਾ, ਉਹਨਾਂ ਨੇ ਮੈਨੂੰ ਇੱਕ ਹੀ ਗੱਲ ਕਹਿਤੀ ਕਿ ਰਣਜੀਤ ਮੈਂ ਤੇਰੇ ਹਿਸਾਬ ਨਾਲ ਨਹੀਂ ਚੱਲਾ, ਤੂੰ ਆਪਦੇ ਮੈਂਬਰ ਨਾਲ ਗੱਲ ਕਰਿਆ ਕਰ, ਮੈਨੂੰ ਕਹਿਣ ਦਾ ਤੇਰਾ ਕੋਈ ਮਤਲਬ ਨਹੀਂ। ਜਦੋਂ ਕਿ ਅਸੀਂ ਬਣਾਇਆ ਸਰਪੰਚ, ਅਸੀਂ ਇਸ ਕਰਕੇ ਬਣਾਇਆ ਸੀ ਵੀ ਯਾਰ ਮੁੰਡਾ ਖੁੰਡਾ ਹੈਗਾ, ਠੀਕ ਹੈ, ਤੇ ਇਹ ਕੁਝ ਕਰੂਗਾ ਪਿੰਡ ਲਈ, ਚੰਗਾ ਕਰੂਗਾ, ਬਟ ਪਿੰਡ ਦਾ ਇਹਨੇ ਜਲੂਸ ਹੀ ਕੱਢਤਾ। ਕੋਈ ਪਹਿਲੀ ਵਾਰ ਹੋਇਆ ਕਿ ਸਰਪੰਚ ਸਾਹਿਬ ਨਹੀਂ ਕਹਿੰਦੇ, ਲੋਕ ਭੋਲਾ ਕਹਿੰਦੇ ਆ। ਅੱਛਾ। ਤੇ ਸਾਡੇ ਪਿੰਡ 'ਚ ਇਹ ਵੀ ਕਹਾਵਤ ਚੱਲਦੀ ਹੈ ਵੀ ਸਰਪੰਚ ਨੂੰ ਮਿਲਣਾ ਜਾਂ ਤਾਂ ਬੀਬੀ ਵਾਲਾ ਚੌਂਕ ਜਾਂ ਮੀਤੋ ਕਾ ਮੋੜ, ਬਸ ਇਹਨਾਂ 2 ਜਗ੍ਹਾ ਤੇ ਤੁਹਾਨੂੰ ਸਰਪੰਚ ਮਿਲ ਸਕਦਾ। ਬਸ ਜੀ ਖੜਦੇ ਨਹੀਂ ਕਿਸੇ ਕੋਲ, ਘਰ ਨਹੀਂ ਆਪਦੇ, ਘਰੇ ਨਹੀਂ, ਘਰੇ ਤਾਂ ਹੁੰਦੀ ਹੈ, ਉੱਥੇ ਉਹਨਾਂ ਦਾ ਆਪਦਾ ਬਿਜ਼ਨਸ ਹੈ, ਉੱਥੇ ਮਿਲਣਗੇ ਵੀ ਇੱਥੇ ਜਿਹੜਾ ਚੌਂਕ ਤੇ ਇਹਨਾਂ ਕੋਲ ਬਹਿੰਦੇ, ਇਹਨਾਂ ਦੇ ਆਪਦੇ ਘਰ ਆ ਉਹ। ਕਿਸੇ ਗਰੀਬ ਬਸਤੀ 'ਚ ਜਾ ਕੇ ਨਹੀਂ ਖੜਾ, ਕਿਸੇ ਗਰੀਬ ਨਾਲ ਕਦੇ ਗੱਲ ਨਹੀਂ ਕੀਤੀ। ਕੈਂਚੀਆਂ ਤੇ ਹੀ ਹਮੇਸ਼ਾ ਤੁਹਾਨੂੰ ਬੀਬੀ ਵਾਲਾ ਚੌਂਕ ਤੇ ਹੀ ਮਿਲ ਸਕਦਾ। ਠੀਕ ਹੈ ਜੀ। ਬਹੁਤ ਜ਼ਿਆਦਾ ਜ਼ੋਰ ਲੱਗਾ ਪਹਿਲੀ ਵਾਰ ਮੇਰੀ ਸੁਰਤ ਦੇ ਵਿੱਚ, ਪਹਿਲੀ ਵਾਰ ਅਸੀਂ ਇੰਨਾ ਜ਼ੋਰ ਲਾਇਆ ਸਰਪੰਚ ਪਿੱਛੇ ਵੀ ਯਾਰ ਸਰਪੰਚ ਬਣਾ ਦਈਏ, ਤੇ ਜਿਹੜੇ ਬੰਦੇ ਨਾਲ ਖੜੇ ਸੀ ਉਹੀ ਹੁਣ ਰੋਂਦੇ ਆ
ਜੇ ਤੁਸੀਂ ਕਿਸੇ ਉਹਨਾਂ ਕੋਲ ਜਾ ਵੜੋ ਨਾ ਜਿਹੜੇ ਨਾਲ ਖੜੇ ਸੀਗੇ, ਫਿਰ ਉਹ ਕਹਿੰਦੇ ਵੀ ਸਾਨੂੰ ਨਾ ਕੁਝ ਪੁੱਛੀ ਯਾਰ, ਸਰਪੰਚ ਬਾਰੇ ਸਾਡੇ ਨਾਲ ਨਾ ਗੱਲ ਕਰੀ। ਇੰਨੇ ਅੱਕੇ ਪਏ ਆ ਲੋਕ ਅੱਛਾ ਸਰਪੰਚ ਤੋਂ। ਠੀਕ ਹੈ ਜੀ, ਜਿੱਦੇ ਦਾ ਸਰਪੰਚ ਬਣਿਆ ਹੈਗਾ ਭੋਲਾ, ਉਦੋਂ ਦਾ ਉਹਦੇ ਘਰੋਂ ਮਿਸਤਰੀ ਨਹੀਂ ਨਿਕਲਿਆ, ਨਹੀਂ ਨਿਕਲਦੀ ਆਪਦੀ ਕੋਠੀ ਪਾਈ। ਉਹ ਤਾਂ ਕਮਾਈ ਹੋ ਸਕਦੀ ਆ ਆਪਦੀ। 1.5-2 ਕਿੱਲੇ ਵਾਲੇ ਦੀ ਕਿਹੜੀ ਕਮਾਈ ਹੋ ਸਕਦੀ ਹੈ? ਥੱਲੇ ਸਕਾਰਪੀਓ ਹੋਵੇ, 1.5-2 ਕਿੱਲੇ ਵਾਲੇ ਦੇ ਥੱਲੇ ਸਕਾਰਪੀਓ ਹੋਵੇ, ਠੀਕ ਹੈ, 2 ਕੋਠੀਆਂ ਪਾਲੇ ਤੇ 3 ਕਿੱਲੇ ਮੈਂ ਸੁਣਿਆ ਵੀ ਜ਼ਮੀਨ ਵੀ ਖਰੀਦ ਲਈ। 1.5 ਕਿੱਲੇ ਵਾਲਾ ਜੇ 3 ਕਿੱਲੇ ਖਰੀਦ ਸਕਦਾ, ਫਿਰ ਅਸੀਂ ਤਾਂ ਖਰੀਦ ਨਹੀਂ ਗਈ ਹਜੇ ਤੱਕ। ਤੇ ਫਿਰ ਜੇ 1.5 ਕਿੱਲੇ ਵਾਲਾ 3 ਕਿੱਲੇ ਖਰੀਦ ਸਕਦਾ, ਫਿਰ ਕਾਹਤੋਂ ਮਾਫੀਆਂ ਮੰਗਦੇ ਫਿਰਦੇ ਆ, ਕਾਹਤੋਂ ਧਰਨੇ ਲਾਉਂਦੇ ਫਿਰਦੇ ਆ? ਫਿਰ ਇਹ ਵੀ ਤਾਂ ਹੈਗਾ ਹੀ ਹੈ। ਇੱਕ ਪਾਸੇ ਤਾਂ ਤੁਸੀਂ ਕਹਿੰਦੇ 5 ਕਿੱਲਿਆਂ ਵਾਲਾ ਵੀ ਗਰੀਬ ਹੈ, ਇੱਕ ਪਾਸੇ 1.5 ਕਿੱਲੇ ਵਾਲਾ 3 ਕਿੱਲੇ ਜ਼ਮੀਨ ਖਰੀਦੀ ਜਾਂਦਾ, ਹਰ ਵਕਤ ਸਕਾਰਪੀਓ ਤੇ ਰਹਿੰਦਾ, 2 ਕੋਠੀਆਂ ਪਾ ਗਿਆ। ਪੈਸੇ ਕਿੱਥੋਂ ਆਏ? ਕਿਉਂ ਨਹੀਂ ਜਾਂਚ ਹੁੰਦੀ ਇਹਨਾਂ ਚੀਜ਼ਾਂ ਦੀ? ਠੀਕ। ਅਫਸਰਾਂ 'ਚ ਮੈਨੂੰ ਹੁਣ ਤੱਕ ਦਾ 5-6 ਮਹੀਨਿਆਂ ਦੇ ਵਿੱਚ ਇੱਕੋ ਹੀ ਗੱਲ ਪਤਾ ਲੱਗੀ ਹੈ ਜਸ ਵੀਰੇ, ਵੀ ਸਾਰੇ ਥੱਲੇ ਤੋਂ ਲੈ ਕੇ ਤਾਂ ਤੱਕ ਕੰਜਰੀ ਇਕੱਠੇ ਹੋਏ ਆ। ਭਗਵੰਤ ਮਾਨ ਨੂੰ ਵੀ ਮੈਂ ਇੱਕ ਗੱਲ, ਮਤਲਬ ਮੇਰਾ ਦਿਲੀ ਇੱਛਾ ਕਿ ਮੈਂ ਉਹਨੂੰ ਜਾ ਕੇ ਮਿਲ ਕੇ ਗੱਲ ਕਹਾਂ ਮਾਨ ਸਾਹਿਬ ਨੂੰ, ਵੀ ਜਿਹੜਾ ਤੁਸੀਂ ਕਹਿਣਾ ਕਰਪਸ਼ਨ ਖਤਮ ਕਰ ਦਾਂਗੇ, ਭੁੱਲ ਜਾਓ, ਤੁਹਾਡੇ ਬਾਤ ਦੀ ਗੱਲ ਹੈ ਨਹੀਂ। ਕਰਪਸ਼ਨ ਖਤਮ ਕਰਨ ਦੇ ਲਈ ਅਫਸਰ ਲਾਉਣੇ ਪੈਣੇ ਆ, ਸਾਰੇ A to Z ਹੀ ਲਾਉਣੇ ਪੈਣੇ ਆ। ਇਹ ਤਾਂ ਕਹਿੰਦੇ ਸਾਡਾ ਹੱਕ ਹੈ 2% ਕਮਿਸ਼ਨ ਤਾਂ ਕਾਨੂੰਨੀ ਅਧਿਕਾਰ ਆ। ਸੈਕਟਰੀ ਸਾਹਿਬ ਕਹਿੰਦੇ ਸਾਡਾ ਹੱਕ ਹੈ, ਉਹਦਾ 2% ਸਾਡਾ ਹੁੰਦਾ ਹੀ ਹੈ। ਜੇਈ ਸਾਹਿਬ ਕਹਿੰਦੇ ਸਾਡਾ ਵੀ ਹੁੰਦਾ ਹੀ ਹੈ, ਤਾਂ ਵਾਲੇ ਕਹਿੰਦੇ ਸਾਡਾ ਵੀ ਹੁੰਦਾ, MLA ਸਾਹਿਬ ਕਹਿੰਦੇ ਸਾਡਾ ਵੀ ਹੁੰਦਾ ਹੀ ਹੈ, ਸਾਰਿਆਂ ਦੀ ਹੁੰਦਾ। ਦੱਸੋ ਫਿਰ, ਮੈਂ ਸ਼ੌਕ ਹਾਂ ਜੀ ਇਸ ਚੀਜ਼ ਨੂੰ ਵੀ 35% ਲੱਖ ਚੋਂ 35,000 ਤਾਂ ਤੁਸੀਂ ਖਾ ਗਏ, ਫਿਰ ਪਿੰਡ ਤੇ ਕੀ ਲੱਗੂਗਾ? ਫਿਰ ਪੈਸੇ ਜੇ ਇੰਨੇ ਵੰਡਣੇ ਆ ਤਾਂ ਫਿਰ ਤਾਂ ਲੋੜ ਹੀ ਨਹੀਂ। ਦੂਜੀ ਗੱਲ ਇਹ ਹੈ ਜੀ, ਪਹਿਲਾਂ ਤਾਂ ਚੋਰੀ ਛੁਪੇ ਕਰਦੇ ਸੀ, ਮਾੜਾ ਮੋਟਾ ਕਰਦੇ, ਹੁਣ ਤਾਂ ਸ਼ਰੇਆਮ ਹੀ ਹੋਏ ਪਿਆ। ਉਹਨਾਂ ਨੂੰ ਪਤਾ ਵੀ ਲੋਕ ਬੋਲਦੇ ਨਹੀਂ, ਤੇ ਲੋਕ ਬੋਲਦੇ ਵੀ ਨਹੀਂ, ਇਹ 'ਚ ਕੋਈ ਸ਼ੱਕ ਨਹੀਂ। ਸਾਡੇ ਸਾਰੇ ਪਿੰਡ ਨੂੰ ਇਹ ਗੱਲ ਪਤਾ ਹੈ ਵੀ ਪੈਸੇ ਖਾਦੇ ਗਏ ਆ, ਸ਼ਰੇਆਮ ਖਾਈ ਵੀ ਜਾਂਦਾ, ਠੀਕ ਹੈ, ਪਰ ਨਹੀਂ ਬੋਲਦੇ, ਚੱਲੀ ਜਾਂਦਾ, ਠੱਕ ਠੱਕ ਚੱਲੀ ਜਾਂਦਾ। ਕੋਈ ਗੱਲ ਆਪਾਂ ਕੀ ਲੈਣਾ? ਮੈਨੂੰ ਮੇਰੇ ਫਾਦਰ ਸਾਹਿਬ ਨੇ ਖੁਦ ਕਿਹਾ, ਜਦੋਂ ਭੋਲੇ ਨੇ ਮੇਰੇ ਭਾਈ ਨੂੰ ਕਿਹਾ ਵੀ ਤੁਸੀਂ ਇਹਨੂੰ ਸਮਝਾ ਲਓ, ਅੱਛਾ, ਡਰਾਉਣ ਦੇ ਲਈ ਸਾਹਿਬ ਨੇ ਕਿਹਾ ਤੁਹਾਡੇ ਇੱਕ ਘਰਦਿਆਂ ਨੂੰ, ਹਾਂ, ਕੀ ਕਹਿੰਦੇ? ਮੇਰੇ ਵੱਡੇ ਭਾਈ ਨੂੰ ਇਹ ਗੱਲ ਕਹੀ ਗਈ ਵੀ ਤੂੰ ਇਹਨੂੰ ਸਮਝਾ ਲਾ ਤੇ ਅਸੀਂ ਇਹਦੇ ਘਰ ਵਾਲੇ ਨੂੰ ਜੌਬ ਤੋਂ ਲਵਾ ਦਾਂਗੇ। ਉਹਨੇ ਮੈਨੂੰ ਆ ਕੇ ਕਿਹਾ ਵੀ ਰਣਜੀਤ ਨਾ ਪੰਗੇ ਲੈ, ਲੀਡਰ ਬੰਦੇ ਆ, ਤਕੜੇ ਬੰਦੇ ਆ, ਆਪਣੇ ਕੋਲ ਇੰਨੇ ਪੈਸੇ ਹੈ ਨਹੀਂ ਇਹਨਾਂ ਨਾਲ ਲੜਨ ਦੇ, ਤੂੰ ਇਹ ਪੰਗੇ ਨਾਲ ਲੈ, ਤੂੰ ਰਹਿਣ ਦੇ। ਪਾਪਾ ਜੀ ਨੇ ਮੈਨੂੰ ਸਮਝਾਇਆ ਵੀ ਤੂੰ ਕੀ ਲੈਣਾ, ਆਪਾਂ ਨੂੰ ਕੀ ਲੋੜ ਆ, ਆਪਣੇ ਕਿਹੜਾ ਜੇਬ 'ਚੋਂ ਜਾਂਦੇ ਆ, ਸਾਰੇ ਪਿੰਡ ਦੇ ਹੀ ਹੈ, ਕੋਈ ਹੋਰ ਤਾਂ ਬੋਲਦਾ ਨਹੀਂ, ਤੂੰ ਕੀ ਲੈਣਾ? ਇਹ ਵੀ ਗੱਲਾਂ ਕੀਤੀਆਂ ਗਈਆਂ। ਫਿਰ ਮੈਨੂੰ ਇਹ ਵੀ ਕਿਹਾ ਗਿਆ ਕਿ ਛੱਪੜ ਕਨੀ ਨਾ ਜਾਇਆ ਕਰ ਕੱਲਾ। ਅੱਛਾ, ਕੁਝ ਵੀ ਹੋ ਸਕਦਾ। ਇਹ ਘਰਦਿਆਂ ਨੇ ਕਿਹਾ ਕਿ ਉਹਨਾਂ ਨੇ ਕਿਹਾ? ਨਹੀਂ, ਘਰਦਿਆਂ ਨੇ ਕਿਹਾ ਮੈਨੂੰ। ਉਹ ਕਹਿੰਦੇ ਸਾਨੂੰ ਕੋਈ ਕਹਿੰਦੇ ਆ ਤੁਸੀਂ ਸਮਝਾਓ, ਵੀ ਇਹਨੂੰ ਸਮਝਾਓ, ਤੁਸੀਂ ਪੰਗੇ ਕਾਹਤੋਂ ਲੈਂਦਾ ਇਹ? ਇੱਥੋਂ ਤੱਕ ਕਿਹਾ ਗਿਆ ਮੈਨੂੰ। ਫਿਰ ਇਹਨਾਂ ਨੇ ਇਹ ਚੱਕਰ ਦੇ ਵਿੱਚ ਮੇਰੇ ਘਰ ਵਾਲੇ ਦੀ ਬਦਲੀ ਵੀ ਕਰਾਈ, ਡਰਾਉਣ ਦੇ ਲਈ ਵੀ ਰਣਜੀਤ ਨੂੰ ਡਰਾਓ, ਕਿਸੇ ਹਿਸਾਬ ਨਾਲ ਬਦਲੀ ਕਰਾਤੀ। ਇਹ ਤਾਂ ਚਲੋ ਮੈਂ ਕਹਿਣਾ ਵੀ ਡਾਇਰੈਕਟਰ ਚੰਗੀ ਸੀਗੀ, ਮੈਡਮ ਸੀਗੀ, ਇਹਨਾਂ ਨੇ ਤਾਂ ਫਾਜ਼ਿਲਕਾ ਦਾ ਕਿਹਾ ਸੀ ਕਹਿੰਦੇ, ਤੇ ਉਹਨੇ ਵਿਚਾਰੇ ਨੇ ਚਲੋ ਬਠਿੰਡੇ ਦੀ ਕਰਤੀ ਨਥਾਣੇ ਤੋਂ। ਫਿਰ ਮੈਂ ਉਸ ਟਾਈਮ ਦੇ MLA ਪ੍ਰੀਤਮ ਸਿੰਘ ਜੀ ਕੋਟ ਭਾਈ ਨੂੰ ਮਿਲਿਆ ਬਦਲੀ ਰੱਦ ਕਰਾਉਣ ਦੇ ਲਈ, ਵੀ ਬਦਲੀ ਮੇਰੀ ਉਹੀ ਕਰਤੀ ਬਿਨਾਂ ਗੱਲ ਤੋਂ ਕਿਉਂ ਕੀਤੀ। ਉਸ ਨੇ ਮੈਨੂੰ ਇਹੀ ਕਿਹਾ ਵੀ ਜੇ 20 ਜਣੇ ਉੱਤੇ ਚੜ ਜਾਣਾ ਆ ਕੇ ਵੇਖ ਤਾਂ ਪਾਰਟੀ ਛੱਡ ਦੇ, ਬੰਦਾ ਤੰਗ ਕਰੀ ਜਾਂਦਾ, ਤੁਸੀਂ ਗੱਲ ਨਹੀਂ ਸੁਣਦੇ, ਕੀ ਕਰਗੇ, ਤੇਰਾ ਕੰਮ ਵੀ ਕਰ ਦਾਂਗੇ। ਪਰ ਮੈਨੂੰ ਉਹਨਾਂ ਨੇ ਵੀ ਲਮਕਾਈ ਰੱਖਿਆ, ਕਿਸੇ ਨੇ ਨਹੀਂ ਸੁਣੀ ਸਾਡੀ ਗੱਲ ਮੇਰੀ। ਤੇ ਹੁਣ ਵੀ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਇਹ ਲਮਕਾਈ ਹੀ ਰੱਖਣਗੇ, ਪਰ ਮੈਂ ਇੱਕ ਗੱਲ ਨੂੰ ਸੰਤੁਸ਼ਟ ਹਾਂ ਕਿ ਮੈਨੂੰ ਕੁਝ ਸਿੱਖਣ ਨੂੰ ਮਿਲ ਰਿਹਾ, ਤੇ ਮੈਂ ਇਸ ਕਰਕੇ ਲੱਗਿਆ ਪਿਆ ਵੀ ਮੈਂ ਚਾਹਣਾ ਵੀ ਮੈਂ ਜਿੰਨਾ ਚੱਕ ਸੰਤੁਸ਼ਟ ਨਹੀਂ ਹੁੰਦਾ ਉਹਨਾਂ ਚੱਕ ਜਿੱਥੋਂ ਤੱਕ ਜਾਣਾ ਪਿਆ ਮੈਂ ਜਾਊਂਗਾ। ਮੈਨੂੰ ਇਸ ਚੀਜ਼ ਤੋਂ ਸੰਤੁਸ਼ਟੀ ਚਾਹੀਦੀ ਹੈ। ਮੇਰੇ ਸਵਾਲ ਆ, ਕੋਈ ਮੈਨੂੰ ਪੈਸੇ ਦਾ ਕੋਈ ਮਤਲਬ ਨਹੀਂ ਗਾ, ਪੈਸੇ ਕਿੰਨੇ ਖਾ ਗਏ ਤੇ ਕਿੰਨੇ ਨਹੀਂ ਖਾ ਗਏ। ਮੇਰੇ ਤਾਂ ਸਵਾਲ ਹੈ ਵੀ ਪੋਪਲੈਨਾਂ 2 ਚੱਲੀਆਂ, ਇੱਕ ਕਹਿ ਦੋ ਇਹ ਕਦ ਦਿਖਾਈ ਹੈ, ਜਦੋਂ ਚੱਲੀ ਇੱਕ ਹੈ। ਟਰੈਕਟਰ 8 ਚੱਲਿਆ, ਤੁਸੀਂ 10 ਟਰੈਕਟਰ ਕਿਵੇਂ ਦਿਖਾਤੇ? ਪਿੰਡ ਦੇ ਟਰੈਕਟਰ ਚੱਲੇ ਕਿੱਧਰ ਗਏ? ਠੀਕ ਹੈ, ਬਰੇਤੀ ਮੈਂ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ ਪਿੰਡ ਦੇ ਲੋਕਾਂ ਤੋਂ ਬਰੇਤੀ ਵੀ ਕੱਢ ਲਈ ਛੱਪੜ ਦੇ ਵਿੱਚੋਂ। ਅੱਛਾ, ਤੇ 5-7 ਸਾਲਾਂ ਦੇ ਵਿੱਚ ਤੁਸੀਂ ਦੇਖ ਲਿਓ ਲੋਕਾਂ ਦੇ ਘਰਾਂ 'ਚ ਪਾਣੀ ਛੱਪੜ ਦਾ ਜਾਣ ਲੱਗ ਜਾਣਾ। ਆਹ ਵੀ ਹਾਲ ਹੋਣਗੇ ਇੱਥੇ। ਬਰੇਤੀਆਂ ਵੀ ਇਹਦੇ ਵਿੱਚੋਂ ਕੱਢ ਕੇ ਫਿਰ ਜਿਹੜੇ ਗਲੀਆਂ 'ਚ ਬਰੇਤੀ ਵਰਤੀ ਗਈ, ਉਹ ਵੀ ਲੋਕਾਂ ਦੀਆਂ ਮੋਟਰਾਂ 'ਚ ਬੋਰ ਨਹੀਂ ਲਾਉਂਦੇ ਹੁੰਦੇ ਆਪਾਂ, ਉਹ ਥੱਲੇੋਂ ਬਰੇਤੀ ਨਿਕਲਦੀ ਹੈ, ਉਹ ਲਿਆ ਵਰਤੀ ਗਿਆ। ਉਹ ਬੰਦੇ ਕਹਿੰਦੇ ਸੀ ਦੱਸਣ ਨੂੰ ਤਿਆਰ, ਵੇ ਸਿਰ ਚੱਕ ਕੇ ਲਿਆਏ ਮੋਟਰ ਤੋਂ। ਅੱਛਾ, ਉਹੀ ਵਰਤਦੀ? ਹਾਂ, ਉਹੀ ਚੱਕ ਤੇ ਫੱਟੇ ਜੀ, ਆਹੀ ਕੁਛ ਚੱਲੀ ਜਾਂਦਾ। ਫਿਰ ਘਰਾਂ ਨੂੰ ਇਹ ਗੱਲ ਕਹਿ ਦਿੱਤੀ ਵੀ ਤੁਹਾਡਾ ਹੱਕ ਹੁੰਦਾ, ਤੁਸੀਂ ਆਪੇ ਲਾਓ। ਨਹੀਂ ਲਾਉਂਦੇ ਨਹੀਂ, ਉਹ ਪੱਟ ਕੇ ਰੱਖੀ ਰੱਖਦੇ ਆ। ਫਿਰ ਅਗਲਾ ਕਿਵੇਂ ਕੀ ਕਰੂਗਾ ਵੀ ਆ ਸਾਡੇ ਬਾਰ 'ਚ ਮੇਰੇ ਬਾਰ 'ਚ ਤਾਂ ਲਾ, ਐਂ ਕਰਕੇ ਲੋਕ ਟੈਲ ਲੱਗੀ ਹੈ ਜਿੰਨੀ ਵੀ ਲੱਗੀ ਹੈ। ਲੇਬਰ ਨੇ ਫੁੱਲ ਪਾਈ ਹੈ ਧਰ ਕੇ, ਹਰ ਥਾਂ ਘਪਲੇਬਾਜ਼ੀ ਹੈ ਜੀ, A to Z। ਤੇ ਮੈਂ ਅਫਸਰਾਂ ਨੂੰ ਵੀ ਇਹੀ ਗੱਲ ਕਹੀ ਸੀ, ਇਕਬਾਲ ਸਿੰਘ ਜੀ DDPO ਸਾਹਿਬ ਸੀਗੇ, ਉਹਨਾਂ ਨੂੰ ਮੈਂ ਇਹੀ ਗੱਲ ਕਹੀ ਤੁਸੀਂ ਆਪ ਜਾ ਕੇ ਦੇਖ ਲਓ, ਜੇ ਤੁਹਾਨੂੰ ਛੱਪੜ ਦੇਖ ਕੇ ਪਹਿਲਾਂ ਹਾਸੀ ਨਾ ਆਈ ਤਾਂ ਮੋਦੀ ਸਾਈਨ ਕਰ ਦੂੰਗਾ ਕਿ ਵੀ ਠੀਕ ਆ ਯਾਰ ਕੰਮ ਬਹੁਤ ਵਧੀਆ। ਕੱਲਾ ਛੱਪੜ ਦੇਖ ਲਓ, ਜੇ ਤੁਹਾਨੂੰ ਲੱਗ ਜੇ ਵੀ ਕੰਮ ਵਧੀਆ ਕੀਤਾ, ਮੈਂ ਉਹਦੀ ਸਾਈਨ ਕਰ ਦੂੰਗਾ ਵੀ ਚਲੋ ਛੱਡੋ ਜੀ। ਕੰਧ ਤਿੰਨ ਵਾਰੀ ਡਿੱਗ ਪਈ, ਉਹ ਕੰਧ ਜਮਾ ਡਿੱਗ ਪਈ ਸੀਗੀ। ਉਹ ਬਾਅਦ 'ਚ ਮੇਰੇ ਰੌਲਾ ਪਾਉਣ ਕਰਕੇ
ਬਾਅਦ ਚ ਫੇਰ ਕੱਢੀ ਕੱਢਤੀ ਤੇ ਉਹਦੇ ਨਾਲ ਮਿੱਟੀ ਇਸ ਕਾਰਨ ਲਾਈ ਕਿਉਂਕਿ ਉਹ ਸਹੀ ਖੜੀ ਹੈ। ਆ ਜਿੱਥੇ ਆਪਾਂ ਖੜੇ ਆ ਆਹ ਕੰਧ ਐ ਟੇਢੀ ਹੋਈ ਪਈ ਹੈ। ਇਹ ਤਾਂ ਮੈਂ ਕਹਿੰਦਾ ਵੀ ਜੇ 2-4 ਵਾਰੀ ਜਵਾ ਕੇ ਇਹਦੇ ਨਾਲ ਝੂੜ ਕੋ ਛੱਪੜ ਦੇ ਵਿੱਚ ਹੋਣਗੇ, ਇੰਨਾ ਬੁਰਾ ਹਾਲ ਆ। ਆ ਜਾਲੀ ਵੀ ਜਦੋਂ ਲੱਗ ਰਹੀ ਸੀ ਉਦੋਂ ਵੀਡੀਓ ਸੀ ਮੈਡਮ, ਉਦੋਂ ਵੀ ਮੈਂ ਰੋਕਿਆ ਵੀ ਕੰਧਾਂ ਤਾਂ ਕਦੋਂ ਵੀ ਡਿੱਗ ਸਕਦੀਆਂ ਤੇ ਤੁਸੀਂ ਜਾਲਾਂ ਵਾਲੇ ਪੈਸੇ ਕਾਹਤੋਂ ਖਰਾਬ ਕਰੀ ਜਾਂਦੇ ਹੋ। ਉਦੋਂ ਹੀ ਰਕਾਈ ਵੀ ਨਹੀਂ ਲਾਉਣੀ ਭਾਈ। ਠੀਕ ਹੈ, ਕੋਈ ਇਹਦਾ ਹਿਸਾਬ ਕਿਤਾਬ ਨਹੀਂ, ਬੁਰਾ ਹਾਲ ਹੈ। ਠੀਕ ਹੈ ਜੀ, ਮਿਹਰਬਾਨੀ। ਅਸੀਂ ਵੀ ਕੰਮ ਕੀਤਾ ਸੀ ਫੋਟੋ ਕਰਾ ਸਰਪੰਚ ਸਾਹਿਬ ਨੇ ਪੰਚਾਇਤੀ ਖਾਤੇ ਦੇ 20 ਪੜਦੀਆਂ ਸੀਗੀਆਂ। ਠੀਕ ਹੈ। ਲੋਕ ਟੈਲ 3 ਬੰਦੇ ਲੱਗੇ ਸੀ ਮਜ਼ਦੂਰ ਅਸੀਂ। ਅੱਛਾ, ਤੇ 3 ਸੀਗੇ ਮਿਸਤਰੀ। ਠੀਕ ਹੈ। 3 ਮਿਸਤਰੀ 3 ਬੰਦਿਆਂ ਕੰਮ ਦਿੱਤਾ ਸੀ। ਠੀਕ ਹੈ। ਜਦੋਂ ਅਸੀਂ ਪੈਸੇ ਮੰਗੇ ਆ ਜਾਣਗੇ ਸਵੇਰੇ ਆ ਪਾਸੋਂ ਆ ਜਾਣਗੇ, ਸਾਲ ਬਾਅਦ ਲੰਘ ਗਿਆ ਜੀ। ਸਾਲ ਤੋਂ ਬਾਅਦ ਫਿਰ ਮੈਂ ਗਿਆ। ਅੱਛਾ, ਮੈਨੂੰ ਕਹਿੰਦਾ ਤੂੰ ਆਦਾ ਖਾਤਾ ਕਾਪੀ ਦੇ ਜਾ ਮੈਨੂੰ। ਠੀਕ ਹੈ। ਤੇ ਮੈਂ ਤੋਂ ਪੈਸੇ ਧਾਰੇ ਲੈ ਜਾ। ਅੱਛਾ, ਕੀਤੀਆਂ ਮੈਂ ਦਿਹਾੜੀਆਂ ਮੈਨੂੰ ਪੈਸੇ ਧਾਰੇ ਦੇ ਰਹੇ। ਠੀਕ ਹੈ। ਧਾਰਾ ਮੈਨੂੰ ਤਾਂ 2500 ਰੁਪਇਆ। ਅੱਛਾ ਤੁਸੀਂ ਦਿਹਾੜੀ ਕੀਤੀ ਸੀ ਵਿੱਚ? ਹਾਂਜੀ ਦਿਹਾੜੀ ਕੀਤੀ ਸੀਗੀ। ਹਾਂ। ਇਹਨੇ ਸਭ ਦਿਹਾੜੀ ਕਰਕੇ ਲਾਇਆ ਸੀ ਪੰਚਾਇਤੀ ਖਾਤੇ 'ਚ। ਹਾਂ ਜੋ ਸਾਡਾ ਰੌਲਾ ਪੈ ਗਿਆ ਇਹ ਹਾਂ ਤੇ ਫਿਰ ਨਾਜ਼ਮ ਹੁਸੈਨ ਕਿ ਸੈਕਟਰੀ ਸਾਹਿਬ ਇੱਥੇ ਹਾਂ ਤੇ ਉਹਦੇ ਗੱਲ ਸਾਡੀ ਵੀ ਹੋਈ ਪੈਸਿਆਂ ਪਿੱਛੇ। ਮਗਰ ਸਾਡੇ ਪੈਸੇ ਨਹੀਂ ਆਏ। ਉਹ ਮੈਨੂੰ ਬਾਬਾ ਤੁਹਾਡੇ ਪੈਸੇ ਪੰਚਾਇਤ ਦੇ ਖਾਤੇ 'ਚ ਪਾਤੇ ਗਏ। ਅੱਛਾ ਪੰਚਾਇਤੀ ਖਾਤੇ ਵੀ ਹੀ ਬਣੇ, ਪੰਚਾਇਤੀ ਖਾਤੇ ਠੇਕਾ ਹਾਂ ਠੇਕਾ ਹੋਇਆ ਸ਼ੁਰੂ में। ਹਾਂ ਉਹ ਜੋ ਮੈਨੂੰ ਤਾਂ 2500 ਰੁਪਏ ਧਾਰਾ ਕਰਕੇ ਅੱਛਾ, ਖਾਤਾ ਕਾਪੀ ਮੈਂ ਖਾਤਾ ਕਾਪੀ ਦਿੱਤਾ ਨਹੀਂ ਹੈ। ਹਾਂ ਮੈਂ ਕਿਹਾ ਕੀਤੀ ਮੈਂ ਤੇਰੀ ਦਿਹਾੜੀਆਂ ਹਾਂ ਮੈਂ ਤਾਂ ਖਾਤਾ ਖਾਦਾ ਮੰਗਾ ਹਾਂ ਤੂੰ ਮੈਨੂੰ ਪੈਸੇ ਦੇ। ਉਹ ਕਹਿੰਦਾ ਖਾਤੇ ਚ ਆਉਣਗੇ, ਐਂ ਕਿਹਾ ਉਹਨਾਂ ਖਾਤੇ ਚ ਆਉਣਗੇ। ਨਹੀਂ ਜੀ ਵੀ ਇਹਦੇ ਖਾਤੇ ਤੋਂ ਪੈਸੇ ਮੈਂ ਲਊਂਗਾ ਤਾਂ ਧਾਰੇ ਵਾਪਸ। ਅੱਛਾ ਮੇਰੇ ਕੋਲ 2500 ਰੁਪਏ 18 ਲੱਗੇ ਮੇਰੇ। 3 ਬੰਦੇ ਆ ਸੀ, ਉਹ ਹੁਣ ਬੰਦੇ ਘਰੇ ਹੈ ਸੀਗੇ। ਬਥੇਰੇ ਬੰਦਿਆਂ ਨਾਲ ਜਸਵੀਰ ਹੀ ਹੋਇਆ। ਮੇਰੇ ਕੋਲ ਤਾਂ 2500 ਆ ਗਿਆ। ਇੱਕ ਬੰਦਾ ਰੂਪ ਹੈ ਅਮਰਤ ਆਇਆ, ਉਹਨੂੰ ਤਾਂ 3500 ਰੁਪਇਆ। ਇੱਕ ਮੁੰਡਾ ਇੱਥੇ ਆ ਕੱਲਾ ਜਿਹੜਾ ਉਹ ਗਰੀਬ ਬੰਦਾ ਉਹ ਦਿੱਤਾ ਜੀ 5 ਪੈਸੇ ਨਹੀਂ ਦਿੱਤੇ। ਅੱਛਾ ਦਿੱਤੇ ਪੈਸੇ ਨਹੀਂ ਦਿੱਤੇ, ਜਮਾ ਦਿੱਤੇ ਨਹੀਂ। ਦਿਹਾੜੀਆਂ ਕਰਾਂਗੇ। ਹਾਂ ਦਿਹਾੜੀਆਂ ਅਸੀਂ ਕੀਤੀਆਂ 18 ਦਾ ਕਰਕੇ ਸਾਡੇ 3 ਬੰਦਿਆਂ ਦੇ ਸਾਨੂੰ ਦਿੱਤੇ ਜੀ। ਫਿਰ ਮੈਂ ਉਹ ਸੈਕਟਰੀ ਸਾਹਿਬ ਨੂੰ ਹੱਥ ਬੰਨ੍ਹ ਕੇ ਆਖਿਆ ਮੈਂ ਕਿਹਾ ਸਾਡੇ ਪੈਸੇ ਪੰਚਾਇਤ ਖਾਤੇ ਆ ਜਾਣ, ਸਾਡੇ ਪੈਸੇ ਸਾਨੂੰ ਦੇ ਤੂੰ। ਉਹਦਾ ਬਾਬਾ ਗੱਲ ਮੈਂ ਥੋੜੀ ਸਮਝ ਗਿਆ, ਤੁਹਾਨੂੰ ਪੈਸੇ ਨਹੀਂ ਮਿਲੇ ਪਹਿਲਾਂ ਵਾਲੇ, ਇਹ ਪੈਸੇ ਦੇ ਦਿਓ। ਇਹ ਵੀ ਕਿਹਾ ਜਾਂਦਾ ਜੀ ਜੇ ਕੋਈ ਪੈਸੇ ਮੰਗ ਲੈਂਦਾ ਨਾ ਕਿ ਸਰਪੰਚ ਤੋਂ, ਉਹ ਕਹਿੰਦਾ ਜਦੋਂ ਅਫਸਰ ਖੜੇ ਉਦੋਂ ਸਾਡੇ ਤੋਂ ਪੈਸੇ ਨਾ ਮੰਗਿਆ ਕਰੋ, ਨਹੀਂ ਛੱਤਰ ਪੈਣਗੇ ਤੁਹਾਡੇ। ਇੱਥੋਂ ਤੱਕ ਟੋਟਾ ਇੱਥੇ ਹੋਰ ਬਣਾ ਖੂਹ ਦੇ ਕੋਲੇ ਅਸੀਂ ਕੋਈ 200 ਫੁੱਟ ਲੰਮਾਈ ਅਸੀਂ ਲੱਗੇ 3 ਬੰਦੇ। ਫੇਰ ਉਹਦਾ ਮੇਰੇ ਬੰਦੇ ਹੋਰ ਸੀਗੇ। ਤੇ ਮੈਨੂੰ ਵੀ ਤੇਰੀ ਗੱਲ ਸਮਝ ਗਿਆ ਬਾਬਾ, ਮੈਂ ਤੇਰੇ ਪੈਸੇ ਕੇ ਪੰਚਾਇਤ ਖਾਤੇ ਜੋ ਤਾਂ ਹੁਣ ਮੈਂ ਕਿਹਾ ਉੱਥੋਂ ਦੇਵਾਂਗੇ ਪੈਸੇ। ਆਦਾ ਇਹ ਬਾਬਾ ਪੈਸੇ ਮੈਥੋਂ ਲੈ ਜਾ। ਉਹ ਸਾਨੂੰ ਪੈਸੇ ਤੇ ਕੰਮ ਮੁੱਕ ਗਿਆ ਤੇ ਸਾਨੂੰ ਦੇ ਗਿਆ ਆਪ ਉੱਥੇ। ਸਾਡਾ ਬਣ ਗਿਆ 4500 ਰੁਪਇਆ ਸਾਰੇ ਨੂੰ ਮਿਲ ਗਿਆ। ਪਹਿਲਾਂ ਵਾਲਾ ਕੰਮ ਕਰਵਾਇਆ ਸਰਪੰਚ ਸਾਹਿਬ ਨੇ ਸਾਥੋਂ ਕਹਿ ਕੇ ਲਾਇਆ ਸੀ ਮੈਨੂੰ ਵੀ 2 ਬੰਦੇ ਹੋਰ ਲਾ, ਤੇ 3 ਬੰਦੇ ਲੱਗੇ ਨੇ। ਜੋ ਪਰੇ ਲੱਗ ਪਲੇਨਾਂ ਸੀ ਦੁਕਾਨਾਂ ਪਿੰਡ ਦੇ ਵਿੱਚ ਵਿਚਾਰੀ ਵੀ ਬਣਾਈ ਪੰਚਾਇਤੀ ਖਾਤੇ ਤੋਂ ਕੀਤੀ ਆ। ਉੱਥੋਂ ਲੈ ਕੇ ਧੋਟਾਂ ਚਲਾਈ 3 ਬੰਦਿਆਂ ਨੇ ਸੀ। ਮੈਂ ਸਾਡਾ ਇੱਟਾਂ ਜਿਹੜੀ ਨਾ ਦੂਜੇ ਬੰਦੇ ਦੂਜਾ ਸਮਾਨ ਨਹੀਂ ਕਰਦੇ। ਉੱਥੋਂ ਲੈ ਕੇ 3 ਬੰਦੇ ਬੜੇ ਤੇ ਮੁੜ ਕੇ ਪੈਸੇ ਨੂੰ ਆਹ ਗੱਲ ਕੀਤੀ। ਗਲਤ ਗੱਲ। 18 ਲੱਗੇ ਮੇਰੇ 18 ਮੇਰੇ ਕੋਲ 2500 ਆ ਦਿੱਤਾ ਵੀ ਮੈਨੂੰ ਧਾਰਾ ਕਰਕੇ ਹੋ ਜੇ ਵੀ ਧਾਰਾ ਲੈ ਲਾ, ਵਿਧਾਰਾ ਲੈ ਲਾ। ਹਾਂ ਧਾਰਾ ਲੈ ਲਾ। ਦੇਖੋ ਗੱਲ ਫਿਰ ਉਹਨਾਂ ਦਾ ਫਾਈਨਾਂਸ ਦਾ ਕੰਮ ਹੈ ਸਰਪੰਚ ਸਾਹਿਬ ਦਾ, ਤਾਂ ਕਰਕੇ। ਹਾਂ ਠੀਕ ਫੇਰ ਸਾਥ ਉਹ ਛੱਪੜ ਦੀ ਕੰਧ ਕੱਢੀ ਇਹਨਾਂ ਨੇ। ਹਾਂ ਮਗਰ ਉਹ ਜੀ ਆ ਕੇ ਲੇਟ ਸੀ ਕੰਧ ਕੱਢਣ ਚ। ਮੈਂ ਤਾਂ ਗੱਲ ਸਹੀ ਕਰ ਦਵਾਂ ਤੇ ਮੈਂ ਉਹਦੇ ਘਰੇ ਪਿਆ ਸੀਗਾ। ਮੈਨੂੰ ਘਰੋਂ ਸੱਦ ਕੇ ਜਾਏ ਅਗੇ ਬਾਬਾ ਕੰਮ ਖੜਾ ਤੇ ਆ ਜਾ ਝੜ ਦੇਵੇ। ਮੈਂ ਕਿਹਾ ਹੁਣ 12 ਵਜੇ ਮੈਂ ਕਰੂੰਗਾ, ਆ ਜਾ ਕੰਮ ਬਹੁਤ ਹੈ। ਸਾਨੂੰ ਜੀ 4 ਬੰਦਿਆਂ ਨੂੰ ਰੱਖ ਜਾਣਾ ਪੱਕੇ ਤੌਰ ਤੇ, ਤੜਕੇ 8 ਤੋਂ ਲੈ ਕੇ ਤੇ ਆਥਣ ਤੱਕ ਵੀ ਤੁਹਾਨੂੰ ਡਬਲ ਦਿਹਾੜੀ ਦੇਵਾਂਗੇ। ਕੱਲ ਸੀ ਉਹ ਮੌਕੇ ਕਬਜ਼ੇ ਵਾਲੀ ਗੱਲ ਸੀ, ਲੇਟ ਹੋਏ ਪਏ ਸੀਗੇ, ਠੇਕਾ ਦਿੱਤਾ ਸੀ ਕਿਸੇ ਨੂੰ। ਅੱਛਾ ਅਸੀਂ ਲੱਗੇ ਰਹੇ ਬਿਨਾਂ ਮਟਰੋਲ ਤੋਂ ਕੰਮ ਕਰਾਇਆ ਸਾਥੋਂ ਨਰੇਗਾ ਚ ਜਾ ਕੇ। ਠੀਕ ਹੈ। ਤੇ ਸਾਡਾ ਉਹ ਪੈਸਾ ਦੀ ਹੁਣ ਜਦੋਂ ਗੱਲ ਕੀਤੀ ਅਸੀਂ ਤੇ ਆਓ ਆ ਬਾਹਰ ਫਿਰ ਅਸੀਂ ਮੈਂ ਇੱਥੇ ਬਲਾਕ ਵੀ ਗਿਆ ਸੀਗਾ। ਅੱਛਾ। ਤੇ ਅਸੀਂ ਦਰਖਾਸਤ ਵੀ ਦਿੱਤੀ ਸੀ ਉਸ ਤੇ ਕਹਿ ਕੇ 12-13 ਬੰਦੇ ਬੁੜ ਗਏ। ਉੱਥੇ ਸਾਡੇ ਨਾਲ ਕੀ ਉੱਥੇ ਸਾਡਾ 400 ਵੀ ਫੇਰ ਹੋ ਗਈ। ਹਾਂ ਪੀਓ ਸਾਹਿਬ ਜਿਹੜੇ ਹੈਗੇ ਇਹ ਗਿਲਪਤੀ ਦੇ ਬਣਾ ਹੈ ਹੁਣ ਜਿਹੜੇ ਸੈਕਟਰੀ ਹੈ। ਹਾਂ ਗਿਲਪਤੀ ਉਦੋਂ ਵੀ ਹੋਏ ਸੀਗੇ। ਸਾਨੂੰ ਪ੍ਰਿੰਸੀਪਲ ਨੇ ਸਾਨੂੰ ਬੁਲਾਇਆ, ਅਸੀਂ ਦਿੱਤੀ ਅਰਜੀ ਉਹਦੇ ਪਰ ਖਿਲਾਫ। ਅਰਜੀ ਬਲਾਕ ਚ ਆ ਗਈ, ਸਾਨੂੰ ਸਜ਼ਾ ਮਿਲ ਗਈ, ਅਸੀਂ ਭਾਗੇ ਉੱਥੇ। ਉੱਥੇ ਜੀ ਜਦੋਂ ਪੇਸ਼ ਹੋਏ ਸਰਪੰਚ ਸਾਹਿਬ ਅੰਦਰ ਗਿਆ ਨਹੀਂ ਤੇ ਮੈਂਬਰ ਭੇਜ ਤੱਕ ਤੇ ਮੈਨੂੰ ਵਾਲਾ ਬਾਬਾ ਕੀ ਗੱਲ। ਮੈਂ ਕਿਹਾ ਜੀ ਸਾਨੂੰ ਕੰਮ ਤੇ ਲਾਇਆ ਨਾ ਬੰਦੇ ਨੇ, ਸਾਥੋਂ ਕੰਮ ਕਰਾਇਆ ਛੱਪੜ ਤੇ, ਸਾਥੋਂ ਬਿਨਾਂ ਮਟਰੋਲ ਤੋਂ ਕੰਮ ਕਰਾਇਆ। ਸਾਨੂੰ ਕੀ ਪਤਾ ਵੀ ਕੰਮ ਕਰਨ ਕੀ ਕਰਾਉਂਦੇ ਹੈ। ਸਾਰੀ ਗੱਲ ਨਿਬੜ ਕੇ ਉਹ ਪੀਓ ਸਾਹਿਬ ਦਾ ਵੀ ਇਹਨਾਂ ਅੰਗੂਠੇ ਲਵਾ ਲਓ।
ਮੇਰਾ 7 ਬੁੜੀਆਂ ਸੀਗੀਆਂ, 3 ਬੰਦੇ ਸੀ ਅਸੀਂ। ਤਿੰਨਾਂ ਸਾਡੇ ਸਾਰੇ ਬੰਦੇ ਗੁੱਠੇ ਲਵਾ ਜਿਹੜੇ ਉੱਥੇ ਗੁੱਠੇ ਲਵਾਇਆ ਤਰਸੇਮ ਨੇ। ਠੀਕ ਹੈ। ਸੈਕਟਰੀ ਸਾਹਿਬ ਉਹ ਸੀਗੇ, ਬੀਬੀ ਵਾਲੇ ਨੇ। ਅੱਛਾ। ਉਹ ਸਾਨੂੰ ਤਾਂ ਆਇਆ ਕਿ ਵੀ ਸੈਕਟਰੀ ਉਹਦਾ ਸੀ ਆਪਣਾ APO ਸਾਹਿਬ, ਉਹ ਸੋਚਦਾ ਵੀ ਤੁਹਾਡੇ ਪੈਸੇ ਜੇ ਨਾ ਦੇਣਗੇ ਇਹ, ਮੈਂ ਪਿੰਡ ਗਿੱਲਪੱਤੀ ਦਾ ਬੰਦਾ, ਮੈਨੂੰ ਰਾਜ ਬਾਗਲ ਦੇ ਸ਼ੱਕ ਦੀ। ਮੈਂ ਕਿਹਾ ਜੀ ਇਹ ਤਾਂ ਕੰਮ ਨਹੀਂ ਕਰਦੇ ਸੀ, ਸਾਨੂੰ ਤਾਂ ਪੈਸੇ ਚਾਹੀਏ। ਸਾਡੇ ਗੂਠੇ ਲਵਾ ਲਏ, ਪੈਸੇ ਸਾਡੇ ਕੋਲ ਆਏ ਕਰਦੇ ਆ। ਸਾਨੂੰ ਦਵਾਨੀ ਮੇਰੇ 7 ਬੁੜੀਆਂ, 3 ਬੰਦੇ ਆ। ਉਸ ਗੱਲ ਨੂੰ ਵੀ ਸਾਲ ਤੋਂ ਉੱਤੇ ਹੈਗਾ, 2 ਸਾਲ ਕੋ ਜੇਠ ਦੇ ਮਹੀਨੇ ਦੀ ਗੱਲ ਆ, ਉਦੋਂ ਮੰਗਦੇ ਸੀ। ਇੰਨੀ ਗਰਮੀ ਵਿੱਚ ਸਾਨੂੰ ਉਹਨਾਂ ਨੇ ਡਬਲ ਦਿਹਾੜੀ ਕਰਕੇ ਤੇ 1 ਵੀ ਦਿੱਤੀ ਨਹੀਂ। ਕੀ ਨਾਮ ਬਾਪੂ ਤੁਹਾਡਾ? ਚਾਨਣ ਸਿੰਘ ਜੀ। ਚਾਨਣ ਸਿੰਘ। ਆ ਜਿਹੜਾ ਹੁਣ ਮੌਜੂਦਾ ਸਰਪੰਚ ਆ ਉਹੀ? ਹਾਂਜੀ ਹਾਂ। ਇਹਦੇ ਵਿੱਚ ਇੱਕ ਹੈਗਾ ਸੀਰਾ ਸਿੰਘ, ਉਹਦਾ ਖੜਾ ਪੈਸੇ ਸਾਰੇ ਖੜੇ ਸਾਰਾ ਉਹਨਾਂ ਦੇ। ਸੀਰਾ ਕੋਈ ਨਹੀਂ ਬਾਪੂ। ਤੇ ਇੱਕ ਹੈਗਾ ਰੂਪ ਸਿੰਘ, ਅਜੀਤ ਸਿੰਘ ਬਰਦਾਰ ਕਰਦੇ ਆ ਬਾਪੂ। ਹੈਲੋ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਨਿੰਦਰ ਜੀ ਸਿੱਧੂ ਬੋਲਦਾ ਜੀ, ਲੋਕ ਆਵਾਜ਼ TV ਤੋਂ ਜੀ। ਹਾਂਜੀ ਹਾਂਜੀ ਭਾਈ। ਅੱਛਾ, ਤੁਹਾਨੂੰ ਨਾ ਮਿਲਣਾ ਸੀ, ਤੁਹਾਡਾ ਪੱਖ ਲੈਣਾ ਸੀ। ਤੁਹਾਡੇ ਪਿੰਡ ਦੇ ਇੱਕ ਵੀਰ ਨੇ ਤੁਹਾਡੇ ਤੇ ਕਾਫੀ ਇਲਜ਼ਾਮ ਲਗਾਏ ਆ ਪੈਸੇ ਗਰਾਂਟਾਂ ਖਾਣ ਨੂੰ ਲੈ ਕੇ। ਠੀਕ ਹੈ ਭਾਈ। ਉਹਦੇ ਸੰਬੰਧ ਤੁਹਾਡਾ ਪੱਖ ਲੈਣਾ ਸੀ, ਕਿੱਥੇ ਮਿਲੋਗੇ ਜੀ? ਪਿੰਡ ਆਏ ਹੋਏ ਸੀ ਅਸੀਂ। ਮੈਂ ਤਾਂ ਭਾਈ ਇੱਥੇ ਕਿਸੇ ਮਸਲੇ 'ਚ ਅਸੀਂ ਬਾਹਰ ਗਏ ਹੋਏ ਸੀਗੇ ਕੰਮ 'ਚ। ਠੀਕ ਹੈ, ਚਲੋ ਫੋਨ ਤੇ ਆਪਾਂ ਕਰ ਲੈਂਦੇ ਹਾਂ 2 ਮਿੰਟ ਗੱਲ। ਤੁਹਾਨੂੰ ਵਰਸ਼ਨ ਦੇ ਦਿਓ। ਉਹ ਕਹਿੰਦੇ ਆ ਕਿ ਛੱਪੜਾਂ ਤੇ 33 ਲੱਖ ਰੁਪਇਆ ਲਗਾਇਆ ਪਰ ਦਿਖਾਈ ਨਹੀਂ ਦਿੰਦਾ 35 ਲੱਖ ਰੁਪਇਆ। ਕੀ ਤੁਹਾਡਾ ਕੀ ਕਹਿਣਾ ਹੈ? ਤੇ ਉਹ ਕਹਿੰਦੇ ਸਰਪੰਚ ਨੇ ਯਾਲੀ ਟਰੈਕਟਰਾਂ ਦੇ ਕਿਰਾਏ ਪਾਏ ਹੈਗੇ, ਟਰੈਕਟਰਾਂ ਨੂੰ ਕਿਰਾਇਆ ਘੱਟ ਦਿੱਤਾ ਹੈ, ਪਾਇਆ ਜ਼ਿਆਦਾ 1500 ਦਿੱਤਾ, 2500 ਰੁਪਇਆ ਖਰਚਾ ਪਾਇਆ ਜੀ। ਅੱਛਾ ਭਾਈ। ਠੀਕ ਹੈ, ਮਸ਼ੀਨਾਂ ਅੰਦਰੋਂ ਗਾਲਾਂ ਕੱਢਣ ਵਾਲੀਆਂ 2 ਚੱਲੀਆਂ, 1 ਚੱਲੀ ਆ, ਪਾਈਆਂ 2 ਹੈ ਜੀ। ਤੁਹਾਡਾ ਇਹ ਤੇ ਕੀ ਕਹਿਣਾ ਜੀ? 1% ਵੀ ਭਾਈ ਸਾਡੇ ਨਾ ਉਦੋਂ ਵੀ ਸਾਡੀ DDPO ਸਾਹਿਬ ਤੋਂ ਸਾਡੀ ਤਰੀਕ ਸੀਗੀ ਜਿੱਦਾਂ ਦੇ ਇਕੱਠੇ ਹੋਏ ਸੀਗੇ। ਜੀ। ਮੈਂ ਉਹ ਬੰਦੇ ਨੂੰ ਇੱਕੋ ਸਵਾਲ ਕੀਤਾ ਸੀ, ਡੇਰਾ ਭੈਣਾ ਸਾਹਿਬ ਹੈਗਾ ਜੀ। ਮੈਂ ਵੀ ਡੇਰਾ ਭੈਣਾ ਸਾਡੀ ਸਹੁੰ ਪਾ ਕੇ ਕਹਿੰਦੀ ਵੀ ਇਹ ਮੇਰੀ ਇੱਕ ਨਵਾਂ ਪੈਸਾ ਵੀ ਮੈਂ ਚੋਂ ਖਾਤਾ ਹੋਵੇ, ਤੁਹਾਨੂੰ ਕਿਹਾ ਮੈਂ ਦੇਣਦਾਰ ਇਸ ਗੱਲ ਦਾ। ਇੱਕ ਨਵਾਂ ਪੈਸਾ ਵੀ ਬਾਈ ਗੱਲ ਦੂਰ ਦੀ ਬਾਈ। ਜੀ। ਐਂ ਤਾਂ ਬਾਈ ਜੀ ਦੇਖੋ ਹੁਣ ਛੱਪੜ ਤੇ ਇੱਕ ਵੀ ਲੱਗੀ, ਉਹ ਵੀ ਦਿੰਦੀ ਹੈ ਸਾਰਿਆਂ ਨੂੰ ਜੀ। ਮਿਸਤਰੀ ਲੇਬਰ ਵੀ ਸਾਰਿਆਂ ਨੂੰ ਦਿੰਦੀ ਹੈ, ਮਸਾਲਾ ਵੀ ਸਾਰਿਆਂ ਨੂੰ ਦਿੰਦਾ ਹੈਗਾ। ਜੀ। ਜੋ ਵੀ ਕੰਮ ਹੋਇਆ ਸਾਰਾ ਦਿੰਦਾ ਗਿਆ ਬਾਈ। ਯਾਰ ਐਂ ਕਹਿਣ ਨੂੰ ਤਾਂ ਨਾ ਇਹੋ ਜਿਹੀ ਜਵਾਨ ਬੰਦਾ ਕੁਝ ਵੀ ਕਹਿ ਸਕਦਾ ਹੈਗਾ, ਪਹੁੰਚ ਰੋਕ ਨਹੀਂ ਸਕਦੇ ਇਹਨੂੰ। ਜੀ। ਹਾਂ, ਪਰ ਖਾਣ ਖਵਾਉਣ ਤਾਂ ਬਈ ਇੱਕ ਨਵੇਂ ਪੈਸੇ ਦੀ ਗੱਲ, ਮੈਂ ਤਾਂ ਸੁਣਾ ਕੋਲ 2-4 ਲੱਖ ਰੁਪਏ ਲੱਗ ਗਿਆ, ਆਪਾਂ ਉਹਦੀ ਵੀ ਸਹੁੰ ਪਾ ਸਕਦੇ ਹਾਂਗੇ। ਠੀਕ ਹੈ, ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਕੁਝ ਨਹੀਂ ਮਤਲਬ ਇਹੋ ਜਿਹੀ ਕੋਈ ਮੈਂ ਕਿਹਾ ਬਾਈ ਜੀ ਇੱਕ ਨਵਾਂ ਪੈਸਾ ਮੋਰੀ ਵਾਲਾ ਪੈਸੇ ਦੀ ਆਪਾਂ ਸਹੁੰ ਪਾ ਦਿਆ ਕਿ ਮੋਰੀ ਵਾਲਾ ਪੈਸਾ ਵੀ ਖਾਦਾ ਵੇ ਬਾਈ। ਯਾਰ ਹੋਰ ਬਾਈ ਗੱਲ ਕੀ ਆ? ਠੀਕ ਹੈ ਬਾਈ, ਠੀਕ ਹੈ ਜੀ। ਹਾਂ, ਹੁਣ ਕੰਧਾਂ ਨਾਲ ਮਿੱਟੀ ਲਾਈ, ਉਹ ਕੰਧਾ ਬਾਈ ਡੂੰਘੀਆਂ ਜ਼ਿਆਦਾ ਸੀਗੀਆਂ, ਉਹ ਜਿਹਦੇ ਮਿਹਨਤੀ ਕੀਤੀ ਉਹ 'ਚ ਪਾਣੀ ਪੈ ਗਿਆ। ਉਹ ਕਹਿੰਦੇ ਲਿਆਓ ਜ਼ਰੂਰ ਹੱਲ ਕੀਤਾ, ਆਪਾਂ ਝੂਠ ਨਹੀਂ ਬੋਲਦੇਗੇ। ਜੀ। ਹੁਣ ਫਿਰ ਆਪਣੇ ਕੋਲ ਹੱਲ ਹੀ ਕੋਈ ਨਹੀਂ, ਆਪਾਂ ਉਹਨੂੰ ਜੇ ਲਿਆਉਣ ਨੂੰ ਬਚਾਉਣ ਵਾਸਤੇ ਮਿੱਟੀ ਲਾਵਾਂਗੇ, ਕਹਿੰਦਾ ਹੋਰ ਕੀ ਕਰ ਸਕਦੇ ਹੈਗੇ। ਜੀ। ਹਾਂ, ਉਹ ਕਿ ਮਿੱਟੀ ਕਰਨ ਲਾਈ, ਕਹਿੰਦਾ ਵੀ ਕੰਧਾਂ ਨਾਲ ਮਿੱਟੀ ਨਹੀਂ ਲੱਗਦਾ, ਹੋਰ ਦੱਸ ਕੇ ਬਈ ਲੱਗਦਾ ਹੁੰਦਾ ਹੈਗਾ। ਠੀਕ ਹੈ। ਹਾਂ ਬਾਈ 1% ਦੀ ਗੱਲ ਹੈ, ਇੱਕ ਨਵੇਂ ਪੈਸੇ ਦੀ ਗੱਲ, ਉਹਦੇ ਵੀ ਦੇਣਦਾਰ ਹੈ ਯਾਰ। ਠੀਕ ਹੈ ਜੀ। ਹਾਂ, ਨਹੀਂ ਤਾਂ ਬਸ ਨੂੰ ਘਰੇ ਆਉਂਦਾ ਚਾਹ ਪਾਣੀ ਪਿਆਉਂਦਾ ਹੈਗਾ ਕਿ ਉਸ ਨਾ ਕਿਸੇ ਦਾ ਲੈਣ ਦੇਣ ਦਾ ਰੌਲਾ ਸੀਗਾ, ਉਧਰ ਗਏ ਹੋਏ ਸੀਗੇ। ਜੀ। ਠੀਕ ਹੈ ਸਰਪੰਚ ਸਾਹਿਬ, ਮਿਹਰਬਾਨੀ ਜੀ। ਠੀਕ ਹੈ।